ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਨਿੱਜੀ ਤੌਰ 'ਤੇ ਤਹਿ ਦਿਲੋਂ ਆਪਣੇ ਵੱਲੋਂ ਆਪ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹਾਂ। ਆਪਾਂ ਸਾਰੇ ਗੁਰੂ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਇਸ ਹਫ਼ਤੇ ਮਨਾ ਰਹੇ ਹਾਂ। ਆਪ ਸਭਨਾਂ ਨੂੰ ਤਹਿ ਦਿਲੋਂ ਹਾਰਦਿਕ ਵਧਾਈ ਹੋਵੇ। ਆਪ ਜੀ ਨੂੰ ਜਿਵੇਂ ਸੈਕਟਰੀ ਸਾਹਿਬ ਨੇ ਦਰਸਾਇਆ ਹੀ ਹੈ, ਆਪਾਂ ਸਾਰੇ ਇਸ ਗੱਲ ਤੋਂ ਜਾਣੂ ਹਾਂ। ਅਤੇ ਇਹ ਜੋ ਸ਼ਖਸੀਅਤ ਸਾਡੇ ਕੋਲ ਅੱਜ ਸੁਸ਼ੋਭਿਤ ਨੇ, ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਤੋਂ ਆਪਣੇ ਜੀਵਨ ਸਾਥੀ ਦੇ ਨਾਲ, ਜਿਨ੍ਹਾਂ ਦਾ ਨਾਮ ਡਾਕਟਰ ਗੁਰਪਾਲ ਸਿੰਘ, ਦੋਨੋਂ ਇੱਥੇ ਸਾਡੇ ਕੋਲ ਪੁੱਜੇ ਨੇ। ਸਾਡੇ ਧੰਨ ਭਾਗ ਨੇ, ਉਹ ਇਸ ਦੇਸ਼ ਦੇ ਵਿੱਚ ਸਾਡੇ ਕੋਲ ਆਪਣੇ ਵਿਚਾਰ ਪੇਸ਼ ਕਰਨ ਲਈ ਪੁੱਜੇ ਨੇ। ਸਾਡੀ ਖੁਸ਼ਕਿਸਮਤੀ ਹੈ ਕਿ ਉਹ ਸਾਡੇ ਕੋਲ ਪਹੁੰਚੇ ਨੇ। ਉਹ ਜਿਸ ਬਾਰੇ ਬਹੁਤਾ ਗੱਲ ਕਰਦੇ ਨੇ, ਤੁਸੀਂ ਸਾਰੇ ਤੁਹਾਡੇ 'ਚੋਂ ਬਹੁਤੇ ਜਾਣੂ ਹੋਣਗੇ। ਉਹਨਾਂ ਦੇ ਲੈਕਚਰ, ਉਹਨਾਂ ਦੇ UNO ਤੱਕ, ਹੁਣੇ ਉਹ ਅਮਰੀਕਾ ਦੇ ਵਿੱਚ ਲੈਕਚਰ ਦੇ ਕੇ ਆਏ ਨੇ। ਉਹ ਜਿਹੜੇ ਲੈਕਚਰ ਨੇ ਉਹ ਔਰਤ 'ਤੇ ਹੁੰਦੇ ਜ਼ੁਲਮ ਸੰਬੰਧੀ ਨੇ, ਜਿਸ ਸੰਬੰਧੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਔਰਤ ਦੀ ਇੱਜ਼ਤ ਮਾਣ ਰੱਖਣ ਲਈ ਆਵਾਜ਼ ਉਠਾਈ। ਉਸੇ ਹੱਕ ਸੱਚ 'ਤੇ ਪਹਿਰਾ ਸਾਡੀ ਪੰਜਾਬ ਦੀ ਇਹ ਧੀ, ਸਾਡੀ ਸਨਮਾਨਯੋਗ ਭੈਣ ਡਾਕਟਰ ਹਰਸ਼ਿੰਦਰ ਕੌਰ, ਉਸ ਹੱਕ ਸੱਚ ਦੀ ਆਵਾਜ਼ ਨੂੰ ਉਠਾਉਣ ਲਈ ਉਸ 'ਤੇ ਪਹਿਰਾ ਦੇ ਰਹੀ, ਦੇਸ਼ ਦਸਾਂਤਰ ਘੁੰਮ ਰਹੀ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੌਮ ਵਿਚਰ ਕੇ ਸਾਰੀ ਦੁਨੀਆ 'ਤੇ, ਸਾਰੀ ਲੁਕਾਈ 'ਤੇ ਉਦਾਸੀਆਂ ਕਰਕੇ ਲੁਕਾਈ ਦਾ ਭਲਾ ਕਰਨ ਲਈ ਯਾਤਰਾ ਕਰਦੇ ਰਹੇ ਨੇ। ਇਹ ਉਸੇ ਹੱਕ ਸੱਚ ਦੀ ਗੱਲ ਲਈ ਪਹਿਰਾ ਦੇ ਰਹੇ ਨੇ। ਇਸ ਗੱਲ ਦਾ ਸਾਨੂੰ ਬਹੁਤ ਮਾਣ ਹੈ ਕਿ ਇਹ ਜਿਹੜੀ ਆਵਾਜ਼ ਉਠਾ ਰਹੇ ਨੇ UNO ਤੱਕ, ਜਿਹੜੀਆਂ ਬੱਚੀਆਂ ਨੂੰ ਪੰਜਾਬ ਦੇਸ਼ ਵਿੱਚ ਹੀ ਨਹੀਂ, ਸਾਰੀ ਦੁਨੀਆ 'ਤੇ ਸ਼ਾਇਦ, ਜਿਨ੍ਹਾਂ ਬੱਚੀਆਂ ਦੇ ਨਾਲ ਉਹਨਾਂ ਦਾ ਜੰਮਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ, ਜਾਂ ਉਹਨਾਂ ਦੇ ਨਾਲ ਨੌਜਵਾਨ ਬੱਚੀਆਂ ਦੇ ਨਾਲ ਬਲਾਤਕਾਰ ਹੁੰਦੇ ਨੇ, ਉਹਨਾਂ 'ਤੇ ਕੇਸ ਕਰਨ ਲਈ UNO ਨੂੰ ਪਟੀਸ਼ਨ ਭੇਜਿਆ ਜਾ ਰਿਹਾ ਹੈ। ਉਸ ਦਾ ਇਹਨਾਂ ਨੇ ਚੁੱਕਣ ਚੱਕਿਆ ਹੈ ਅਤੇ ਆਪਾਂ ਸਭਨਾਂ ਨੇ ਇਹਨਾਂ ਦਾ ਸਹਿਯੋਗ ਦੇ ਕੇ ਉਹ ਜੋ ਹੈ ਪਟੀਸ਼ਨ, ਉਸ ਨੂੰ ਸਫਲ ਬਣਾਉਣਾ ਹੈ। ਮੈਂ ਬਾਅਦ 'ਚ ਬੇਨਤੀ ਕਰਾਂਗਾ ਕਿ ਪਟੀਸ਼ਨ ਦੇ ਪੇਪਰ ਸਾਡੇ ਕੋਲ ਨੇ, ਉਹ ਤੁਸੀਂ ਬਾਅਦ ਦੇ ਵਿੱਚ ਜਿੰਨੇ ਵੀ ਇਸ 'ਤੇ ਵੱਧ ਤੋਂ ਵੱਧ ਆਪਣੇ ਦਸਤਖਤ ਕਰ ਸਕਦੇ ਹੋਵੋ, ਉਹਦੇ ਨਾਲ ਸਾਡਾ ਇਹ ਪਟੀਸ਼ਨ ਬਹੁਤ ਸਫਲ ਹੋ ਸਕਦਾ ਹੈ। ਦੂਸਰੀ ਗੱਲ ਇਹ ਕਿ ਇਹ ਸਾਡੇ ਕੋਲ ਆਏ ਨੇ, ਸਾਡੀ ਖੁਸ਼ਕਿਸਮਤੀ ਹੈ। ਇਹਨਾਂ ਦੇ ਤੁਸੀਂ ਕੱਲ੍ਹ ਵੀ ਆਪਣੇ ਸਰਦੂਲ ਸਿੰਘ ਮਾਰਵਾ ਹੋਰਾਂ ਨੇ, ਪਹਿਲਾਂ ਵੀ ਅਸੀਂ ਇਹਨਾਂ ਬਾਰੇ ਗੱਲਬਾਤ ਕਰ ਚੁੱਕੇ ਹਾਂ। ਕੱਲ੍ਹ ਇਹਨਾਂ ਨੇ ਇਸਤਰੀ ਸਭਾ ਦੇ ਪ੍ਰੋਗਰਾਮ ਦੇ ਵਿੱਚ ਜੋ ਆਪਣੇ ਵਿਚਾਰ ਦਰਸਾਏ ਨੇ, ਬਹੁਤ ਹੀ ਆਨੰਦ ਆਇਆ ਸੁਣ ਕੇ। ਉਸ ਤੋਂ ਉਪਰੰਤ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਇਹਨਾਂ ਨੇ ਆਪਣੇ, ਮੈਨੂੰ ਖੁਸ਼ੀ ਦੀ ਗੱਲ ਇਹ ਹੈ ਅਤੇ ਹੈਰਾਨੀ ਦੀ ਵੀ ਗੱਲ ਇਹ ਹੈ ਕਿ ਜਦੋਂ ਵੀ ਇਹ ਜਿੱਥੇ ਕਿਤੇ ਵੀ ਲੈਕਚਰ ਦਿੰਦੇ ਨੇ, ਉਹਦੇ ਵਿੱਚ ਰੈਪੂਟੇਸ਼ਨ ਕੋਈ ਨਹੀਂ ਹੁੰਦਾ। ਹਰ ਸਮੇਂ ਕੋਈ ਵੱਖਰੀ ਵਾਰਤਾ ਜੋ ਹੈ ਉਹ ਦਰਸਾਈ ਜਾਂਦੀ ਹੈ, ਅਤੇ ਉਹ ਸੱਚ 'ਤੇ ਬੇਸ ਨੇ। ਜੋ ਅਨਿਆਂ ਸਾਡੀਆਂ ਔਰਤਾਂ ਦੇ ਨਾਲ, ਬੱਚੀਆਂ ਦੇ ਨਾਲ ਹੋ ਰਹੇ ਨੇ, ਉਹਨਾਂ ਦੀ ਕਹਾਣੀ ਇਹ ਸਾਨੂੰ ਦਰਸਾਉਂਦੇ ਨੇ। ਇਸ ਲਈ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ। ਅਤੇ ਮੈਂ ਨਾਲ ਹੀ ਖੁਸ਼ੀ ਦੀ ਗੱਲ ਦੱਸਦਿਆਂ ਵੀ ਸਾਡੀ ਸੰਸਥਾ ਵਿਖੇ ਇਹਨਾਂ ਦੀਆਂ ਜੋ ਪੁਸਤਕਾਂ ਨੇ ਇਹ ਲੈ ਕੇ ਆਏ ਸਨ। ਅਸੀਂ ਬੇਨਤੀ ਕਰਕੇ ਉਹ ਹਰ ਇੱਕ ਬੁੱਕ ਦੀ, ਹਰ ਇੱਕ ਪੁਸਤਕ ਦੀ 2-2 ਕਾਪੀਆਂ ਅਸੀਂ ਲਾਇਬ੍ਰੇਰੀ ਦੇ ਵਿੱਚ ਲੈ ਕੇ ਰੱਖੀਆਂ ਨੇ। ਅਤੇ ਇੱਕ ਇਹਨਾਂ ਦੀ ਪੁਸਤਕ ਸਪੈਸ਼ਲ ਹੈ, ਗੁਰੂ ਨਾਨਕ ਐਂਡ ਹਿਜ਼ ਟੀਚਿੰਗਸ ਫਾਰ ਹਿਊਮੈਨਿਟੀ। ਇਹ ਇੱਕ ਕਿਸਮ ਦੀ ਰੈਫਰੈਂਸ ਬੁੱਕ ਹੈ, ਜਿਹੜੀ ਕਿ ਇਹ ਵੀ ਆਪਣੀ ਲਾਇਬ੍ਰੇਰੀ ਦੇ ਵਿੱਚ ਲੈ ਕੇ ਰੱਖੀ ਗਈ ਹੈ। ਇਸ ਦੇ ਸੰਬੰਧ ਦੇ ਵਿੱਚ ਡਾਕਟਰ ਸਾਹਿਬ ਆਪਣੇ ਵਿਚਾਰ ਵੀ ਪੇਸ਼ ਕਰਨਗੇ। ਸੋ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਆਪਣੇ ਬੱਚੇ ਸ਼ਾਮਲ ਨੇ। ਮੈਂ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਨੂੰ ਜੀਓ ਆਇਆਂ ਆਖਦਾ ਹਾਂ। ਅਤੇ ਹੁਣ ਮੈਂ ਇਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਉਹ ਆਪਣੇ ਵਿਚਾਰ ਅੱਜ ਦੀ ਸ਼ਾਮ ਆਪ ਜੀ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ। ਡਾਕਟਰ ਹਰਸ਼ਿੰਦਰ ਕੌਰ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਸਭ ਦੀ ਬਹੁਤ ਧੰਨਵਾਦੀ ਹਾਂ। ਸਮਝ ਹੀ ਨਹੀਂ ਆਉਂਦਾ ਕਿ ਅੱਜ ਸ਼ੁਕਰ ਕਰਨ ਲਈ ਕਿਉਂ ਮੇਰੇ ਕੋਲ ਸ਼ਬਦ ਥੁੜ ਗਏ ਨੇ। ਜਿੰਨਾ ਮਾਣ ਸਤਿਕਾਰ ਤੁਸੀਂ ਸਾਰਿਆਂ ਨੇ ਦਿੱਤਾ ਹੈ, ਕਿਸੇ ਵਿਰਲੇ ਨੂੰ ਨਸੀਬ ਹੁੰਦਾ ਹੈ। ਅਤੇ ਅੱਜ ਸਮਝ ਆ ਗਈ ਹੈ ਮੈਨੂੰ ਕਿ ਕਿਉਂ ਗੁਰਬਾਣੀ ਵਿੱਚ ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਕਿਸੇ ਰੱਦੀ ਸੁੱਟੇ ਹੋਏ ਕਾਗਜ਼ ਜੋ ਕਿ ਪੈਰਾਂ ਦੇ ਥੱਲੇ ਰੁਲਦਾ ਹੋਵੇ, ਉਹਦੇ ਉੱਤੇ ਵੀ ਜਦੋਂ ਵਾਹਿਗੁਰੂ ਲਿਖ ਦਿੱਤਾ ਜਾਵੇ ਜਾਂ ਗੁਰੂ ਦੀ ਮਹਿਮਾ ਕੀਤੀ ਜਾਵੇ ਤਾਂ ਲੋਕ ਉਹਦੇ ਅੱਗੇ ਮੱਥੇ ਟੇਕ ਦਿੰਦੇ ਨੇ। ਗੱਲ ਸਿਰਫ ਗੁਰੂ ਦੀ ਕਰਨੀ ਸੀ,
ਗੱਲ ਇਤਿਹਾਸ ਦੀ ਕਰਨੀ ਸੀ, ਸੁਣਿਆ ਉਸੇ ਹੀ ਗੁਰੂ ਦਾ ਦੇਣਾ ਸੀ। ਅਤੇ ਜਿੰਨਾ ਮਾਣ ਸਤਿਕਾਰ ਤੁਸੀਂ ਦਿੱਤਾ, ਮੈਨੂੰ ਸਮਝ ਆ ਗਈ ਕਿ ਗੁਰੂ ਦਾ ਸ਼ਬਦ ਬੋਲਣ ਨਾਲ ਹੀ ਕਿਵੇਂ ਮੇਰੇ ਵਰਗੀ ਨਿਮਾਣੀ ਨੂੰ ਵੀ ਤੁਸੀਂ ਉਤਾਂਹ ਚੁੱਕ ਲੈਂਦੇ ਹੋ। ਇਸ ਤੋਂ ਪਹਿਲਾਂ ਕਿ ਕੋਈ ਵੀ ਹੋਰ ਜ਼ਿਕਰ ਕਰਾਂ, ਕਿਉਂਕਿ ਜੇ ਮੈਂ ਧੰਨਵਾਦ ਕਰਨ ਲੱਗਾ ਗੁਰਦੁਆਰਾ ਕਮੇਟੀ ਦੀ, ਕਿਉਂਕਿ ਇੱਥੇ ਜਿੰਨਾ ਸਾਰਿਆਂ ਨੇ ਇਸ ਵੇਲੇ ਸਾਥ ਦਿੱਤਾ, ਵਾਕਈ ਮੇਰੇ ਕੋਲ ਸ਼ਬਦ ਨਹੀਂ, ਅਤੇ ਜਿੰਨਾ ਸਰਦੂਲ ਸਿੰਘ ਮਰਵਾਹਾ ਵੀਰ ਨੇ ਇੱਥੇ ਸਾਰਾ ਦਿਨ ਰਾਤ ਭੱਜ ਦੌੜ ਕਰਕੇ, ਜਾਂ ਜਰਨੈਲ ਸਿੰਘ ਭੋਗਲ ਵੀਰ ਨੇ ਜਿੰਨੀ ਵੀ ਖੇਚਲ ਕੀਤੀ ਹੈ ਮੇਰੇ ਨਾਲ ਤੁਰਦਿਆਂ ਫਿਰਦਿਆਂ, ਸੱਚਮੁੱਚ ਦਿਲੋਂ ਧੰਨਵਾਦ। ਪਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਲਈ ਕੁਝ ਵੱਖ ਕਹਿਣਾ ਪੈਣਾ ਹੈ, ਕਿਉਂਕਿ ਤੁਸੀਂ ਜਿੰਨਾ ਕੀਮਤੀ ਸਮਾਂ ਲੈ ਕੇ ਇੱਥੇ ਪਹੁੰਚੇ ਹੋ, ਇਹਦਾ ਦੇਣਾ ਮੈਂ ਦੇ ਨਹੀਂ ਸਕਦੀ। ਮੁਸ਼ਕਿਲਾਂ ਵਿੱਚ ਵੀ ਸਹਾਰੇ ਮਿਲ ਜਾਂਦੇ ਨੇ, ਤੂਫਾਨਾਂ ਵਿੱਚ ਵੀ ਕਿਨਾਰੇ ਮਿਲ ਜਾਂਦੇ ਨੇ। ਮੁਸ਼ਕਿਲਾਂ ਵਿੱਚ ਵੀ ਸਹਾਰੇ ਮਿਲ ਜਾਂਦੇ ਨੇ, ਤੂਫਾਨਾਂ ਵਿੱਚ ਵੀ ਕਿਨਾਰੇ ਮਿਲ ਜਾਂਦੇ ਨੇ। ਦੁਨੀਆ ਵਿੱਚ ਸਭ ਤੋਂ ਪਿਆਰੀ ਚੀਜ਼ ਹੈ ਜ਼ਿੰਦਗੀ, ਪਰ ਕੁਝ ਲੋਕ ਤੁਹਾਡੇ ਵਰਗੇ ਜ਼ਿੰਦਗੀ ਤੋਂ ਵੀ ਪਿਆਰੇ ਮਿਲ ਜਾਂਦੇ। ਦਿਲੋਂ ਫਿਰ ਧੰਨਵਾਦ। ਇੱਕ ਜ਼ਿਕਰ ਇਸ ਤੋਂ ਪਹਿਲਾਂ ਕਿ ਮੈਂ ਆਪਣਾ ਲੈਕਚਰ ਕਰਾਂ, ਪੈਟੀਸ਼ਨ ਦਾ ਹੋਇਆ। ਇਹ ਪੈਟੀਸ਼ਨ ਅਸੀਂ UN ਦੇ ਵਿੱਚ ਸਿਰਫ ਇਸ ਕਰਕੇ ਲਿਜਾ ਰਹੇ ਹਾਂ ਕਿ ਸਿੱਖ ਧਰਮ ਹਮੇਸ਼ਾ ਕੁਝ ਵੱਖ ਕਰਦਾ ਰਿਹਾ ਹੈ। ਜੇ ਸਤੀ ਦੇ ਵਿਰੁੱਧ ਆਵਾਜ਼ ਚੁੱਕੀ ਤਾਂ ਵੀ ਗੁਰੂ ਸਾਹਿਬ ਨੇ, ਜੇ ਵਿਡੋ ਰੀਮੈਰਿਜ ਦੀ ਗੱਲ ਸੀ ਤਾਂ ਵੀ ਸਾਡੇ ਇਸ ਧਰਮ ਦੇ ਵਿੱਚੋਂ ਹੀ ਆਵਾਜ਼ ਚੁੱਕੀ ਗਈ। ਅਤੇ ਜੇ ਔਰਤਾਂ ਉੱਤੇ ਹੁੰਦੇ ਕਿਸੇ ਵੀ ਕਿਸਮ ਦਾ ਜ਼ੁਲਮ ਸੀ ਤਾਂ ਉਹਦੇ ਲਈ ਵੀ ਤੈਂ ਕੀ ਦਰਦ ਨਾ ਆਇਆ ਰਾਹੀਂ ਗੁਰੂ ਸਾਹਿਬ ਨੇ ਬੜੀ ਸੋਹਣੇ ਤਰੀਕੇ ਸਮਝਾਇਆ ਵੀ, ਅਤੇ ਇੱਥੇ ਤੱਕ ਕਹਿ ਦਿੱਤਾ ਕਿ ਔਰਤ ਤੋਂ ਬਗੈਰ ਇੱਥੇ ਦੁਨੀਆ ਵਿੱਚ ਜਨਮ ਲੈਣਾ ਹੀ ਸੰਭਵ ਨਹੀਂ। ਇਹ ਇੱਜ਼ਤ ਅਤੇ ਮਾਣ ਦੀਆਂ ਹੱਕਦਾਰ ਨੇ, ਇਹਨਾਂ ਨੂੰ ਦੇ ਦਿਓ। ਇਸੇ ਕਰਕੇ ਇਸ ਪ੍ਰਥਾ ਨੂੰ ਅਗਾਂਹ ਅਸੀਂ ਤੋਰਦਿਆਂ ਸੋਚਿਆ ਸੀ, ਇੱਕ ਨਿੱਕੀ ਜਿਹੀ ਸੋਚ ਸ਼ੁਰੂ ਹੋਈ ਸੀ ਜੋ ਨਾਰਵੇ ਤੋਂ, ਕਿ ਅਸੀਂ ਜ਼ਿਕਰ ਕਰੀਏ UN ਦੇ ਵਿੱਚ ਕਿ ਦੁਨੀਆ ਭਰ ਵਿੱਚ ਜਿੱਥੇ ਜੰਮਣ ਤੋਂ ਬਾਅਦ ਸੁੱਟੀਆਂ ਜਾ ਰਹੀਆਂ ਜਾਂ ਮਾਰੀਆਂ ਜਾ ਰਹੀਆਂ ਬੱਚੀਆਂ ਨੇ, ਉਹਨਾਂ ਲਈ ਹਾਂ ਦਾ ਨਾਅਰਾ ਦੁਨੀਆ ਵਿੱਚ ਕਿਸੇ ਨਹੀਂ ਮਾਰਿਆ। ਅਤੇ ਜੇ ਸਾਡੀ ਕੌਮ ਜੋ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੈ, ਇਸ ਲਈ ਇੱਕ ਸਿਰਫ ਸਾਈਨ ਕਰ ਦੇਵੇ ਪਟੀਸ਼ਨ ਨੂੰ, ਤਾਂ ਸਾਡੇ ਵੱਲੋਂ ਇੱਕ ਜ਼ੋਰਦਾਰ ਆਵਾਜ਼ ਉੱਥੇ ਪਹੁੰਚੇਗੀ, ਜਿਹਦੇ ਲਈ ਵਿਸ਼ਵ ਪੱਧਰ 'ਤੇ ਕਾਨੂੰਨ ਬਣਾਇਆ ਜਾ ਸਕਦਾ ਹੈ ਕਿ ਜਿਹੜੇ ਵੀ ਮਾਪੇ ਇਸ ਤਰ੍ਹਾਂ ਧੀਆਂ ਨੂੰ ਬਾਹਰ ਨਾਲੀਆਂ 'ਚ ਸੁੱਟ ਰਹੇ ਨੇ, ਉਹਦੀ ਥਾਂ 'ਤੇ ਜੇ ਉਹ ਕਿਸੇ ਹੋਰ ਨੂੰ ਪਾਲਣ ਲਈ ਭਾਵੇਂ ਦੇ ਦੇਣ, ਤਾਂ ਸ਼ਾਇਦ ਅਸੀਂ ਇਹ ਇੱਕ ਜੋ ਜਾਨਾਂ ਜਾ ਰਹੀਆਂ ਨੇ ਇਸ ਵੇਲੇ, ਉਹਨਾਂ ਸਾਰੀਆਂ ਨੂੰ ਬਚਾ ਸਕੀਏ। ਸੋ ਜੇ ਇਹ ਤੁਸੀਂ ਵਾਕਈ ਮੰਨਦੇ ਹੋ ਕਿ ਅਸੀਂ ਇੱਕ ਵਧੀਆ ਕਦਮ ਪੁੱਟ ਸਕਦੇ ਹਾਂ, ਤਾਂ ਇੱਕ ਸਿਰਫ ਤੁਹਾਡੇ ਸਾਈਨ ਦੀ ਲੋੜ ਹੈ। 5000 ਸਾਈਨ ਸਾਨੂੰ ਕੈਨੇਡਾ ਤੋਂ ਪਹੁੰਚ ਚੁੱਕੇ ਨੇ, 2000 ਤੋਂ ਉੱਪਰ ਨਾਰਵੇ ਤੋਂ ਪਹੁੰਚ ਚੁੱਕੇ ਨੇ, ਪਰ ਮੈਨੂੰ ਲੱਗਦਾ ਹੈ ਕਿ ਇੱਥੇ ਜਿੰਨੇ ਵੀ ਤੁਸੀਂ ਬੈਠੇ ਹੋ ਜ਼ਰੂਰ ਉਸ ਗਿਣਤੀ ਨੂੰ ਮਾਤ ਕਰੋਗੇ। ਸੋ ਸਾਈਨ ਜ਼ਰੂਰ ਕਰ ਦੇਣਾ। ਜ਼ਿਕਰ ਕਿਤਾਬ ਦਾ ਇਹਨਾਂ ਨੇ ਕੀਤਾ ਸੀ, ਉਸ ਕਿਤਾਬ ਵਿੱਚ ਕੁਝ ਸਾਇੰਟੀਫਿਕ ਸੋਚ ਦੇ ਨਾਲ ਗੁਰਬਾਣੀ ਨੂੰ ਜੋੜਿਆ ਗਿਆ ਜੇ ਕਾਫੀ ਟੇਬਲ ਬੁੱਕ ਵਿੱਚ। ਕਦੇ ਮੌਕਾ ਲੱਗੇ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਤੁਸੀਂ ਨਜ਼ਰ ਮਰਵਾ ਦੇਣਾ, ਤਾਂ ਕਿ ਉਸ ਰਾਹੀਂ ਇੱਥੇ ਦੇ ਵਸਦੇ ਲੋਕਾਂ ਨੂੰ ਦੱਸ ਸਕਣਗੇ ਕਿ ਜੋ ਅੱਜ ਦੇ ਦਿਨ ਸਾਇੰਸ ਤਰੱਕੀ ਕਰਕੇ ਜਿੱਥੇ ਵੀ ਪਹੁੰਚ ਰਹੀ ਹੈ, ਉਹ ਸਾਡੇ ਗੁਰੂ ਸਾਹਿਬ ਨੇ ਉਹਨਾਂ ਸਮਿਆਂ ਵਿੱਚ ਦੱਸ ਦਿੱਤਾ ਸੀ, ਜਦੋਂ ਸ਼ਾਇਦ ਇੰਨੇ ਸਾਈਕੋਲੋਜਿਸਟ ਜਾਂ ਸਾਈਕੈਟਰਿਸਟ ਇੱਥੇ ਨਹੀਂ ਸਨ। ਤਾਂ ਕਿੰਨੀ ਉੱਚ ਪੱਧਰੀ ਸੋਚ ਸੀ ਜੋ ਜਿਉਣ ਦਾ ਢੰਗ ਸਿਖਾ ਗਈ। ਸ਼ਾਇਦ ਉਹਦੇ ਨਾਲ ਸਾਡੇ ਇੱਥੋਂ ਦੇ ਜੋ ਲੋਕ ਨੇ ਤੁਹਾਡੇ, ਉਹ ਸਾਡੇ ਧਰਮ ਦੇ ਅੰਦਰ ਵਧੀਆ ਝਾਤ ਮਾਰ ਸਕਣਗੇ। ਭੀੜ ਪੈਣ 'ਤੇ ਸਦਾ ਹੀ ਮੁੱਲ ਪੈਂਦਾ ਏ ਕਿਰਦਾਰਾਂ ਦਾ। ਭੀੜ ਪੈਣ 'ਤੇ ਸਦਾ ਹੀ ਮੁੱਲ ਪੈਂਦਾ ਏ ਕਿਰਦਾਰਾਂ ਦਾ, ਦੁਨੀਆ ਵੇਖੇ ਉਦੋਂ ਹੀ ਜੁੱਸਾ ਫਿਰ ਸਰਦਾਰਾਂ ਦਾ। ਜਿਸਮ ਫੌਲਾਦ ਦੇ ਬਣ ਜਾਵਣ, ਮੂੰਹ ਮੋੜ ਦੇਣ ਹਥਿਆਰਾਂ ਦਾ, ਭਾਣਾ ਮਿੱਠਾ ਜੋ ਮਨ ਜਾਵਣ, ਜਰ ਜਾਂਦੇ ਸੇਕ ਅੰਗਿਆਰਾਂ ਦਾ। ਗਿੱਦੜਾਂ ਤੋਂ ਸ਼ੇਰ ਬਣ ਜਾਂਦਾ, 1.25 ਲੱਖ ਨਾਲ ਇੱਕ ਲੜ ਜਾਂਦਾ, ਬੋਤਾ ਸਿੰਘ ਵਰਗਾ ਉਦੋਂ ਕੋਈ ਹਿੱਕ ਤਾਨ ਕੇ ਸੀਨਾ ਖੜ ਜਾਂਦਾ।
ਜਦ ਸਿਰ ਗੱਡਿਆਂ ਵਿੱਚ ਭਰ ਜਾਂਦੇ, ਜਦ ਮੁੱਲ ਉਹਨਾਂ ਦੇ ਪੈ ਜਾਂਦੇ, ਤਦ ਵਾਹ ਫਿਰ ਐਸੀ ਵਗਦੀ ਏ ਜੜ ਪੁੱਟ ਜਾਂਦੀ ਸਮਰਾਜਾਂ ਦੀ, ਨਵੀਂ ਪਨੀਰੀ ਪੁੰਗਰੇ ਫਿਰ ਨਾ ਕਾਟ ਰਹੇ ਜਾਂ ਬਾਜ਼ਾਂ ਦੀ। ਨਿੱਕੀਆਂ ਜਿੰਦਾਂ ਵੱਡੇ ਸਾਕੇ ਹਰ ਬੋਲ ਚੁਫੇਰੇ ਕਹਿਰੀ ਸੀ, ਜਦ ਚਾਂਦ ਚੌਂਕ ਚਾਂਦਨੀ ਕਹਿਰੀ ਸੀ, ਸਰਹੰਦ ਦੀ ਇੱਟ ਨਾ ਠਹਿਰੀ ਸੀ। ਨਿੱਕੀਆਂ ਜਿੰਦਾਂ ਵੱਡੇ ਸਾਕੇ ਹਰ ਬੋਲ ਚੁਫੇਰੇ ਜ਼ਹਿਰੀ ਸੀ, ਜਦ ਚੌਂਕ ਚਾਂਦਨੀ ਕਹਿਰੀ ਸੀ, ਸਰਹੰਦ ਦੀ ਇੱਟ ਨਾ ਠਹਿਰੀ ਸੀ। ਸ਼ੀਣੀ ਦੀ ਫਿਰ ਤੇਗ ਅੱਗੇ ਮੁਕਤਿਆਂ ਨੂੰ ਚੜੀ ਖੁਮਾਰੀ ਸੀ, ਕਮਰ ਕੱਸ ਕੇ ਸਭ ਨੇ ਕੀਤੀ ਸ਼ਹਾਦਤ ਦੀ ਤਿਆਰੀ ਸੀ। ਸਰਬੰਸ ਗਵਾ ਜਦ ਸੱਥਰ ਨੂੰ ਹੱਸ ਕੇ ਗੱਲ ਲਾਇਆ ਜਾਵੇ, ਤਦ ਉੱਠੇ ਕੋਈ ਸੂਰਮਾ ਬਗਾਵਤ ਦੀ ਨੇਰੀ ਲਿਆਵੇ। ਜਦ ਚਰਬੀ ਢਲੇ ਸ਼ਹੀਦਾਂ ਦੀ ਰੂਹਾਂ ਵਿੱਚ ਚਾਨਣ ਹੋ ਜਾਵੇ, ਜਦ ਉਸਰੇ ਕੰਧ ਸ਼ਹੀਦਾਂ ਦੀ ਡਿੱਗੀ ਹੋਈ ਕੌਮ ਖਲੋ ਜਾਵੇ। ਹੋ ਜਾਵੇ ਅੱਤ ਜਦ ਜ਼ੁਲਮਾਂ ਦੀ ਪੁੱਟੀਆਂ ਜਣ ਕੋਮਲ ਕਲਮਾਂ ਵੀ, ਬੂਰ ਨਵਾਂ ਫਿਰ ਪੈਂਦਾ ਏ ਚੀਰ ਹਨੇਰੇ ਬੱਦਲਾਂ ਨੂੰ, ਸੂਰਜ ਨਵਾਂ ਉੱਗ ਪੈਂਦਾ ਏ। ਰੰਬੀਆਂ ਨਾਲ ਖੋਪਰ ਲੈਂਦੇ ਜਦ ਤਕਦੀਰ ਬਦਲਦੀ ਕੌਮਾਂ ਦੀ, ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ। ਇਹ ਡੁੱਲਦੇ ਲਹੂ ਦੀ ਗੱਲ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਆਈ ਹਾਂ। ਜਿਸ ਗੁਰੂ ਘਰ ਵਿੱਚ ਖੜੀ ਹਾਂ, ਅਸੀਂ ਇਹੋ ਜਿਹੇ ਬਹੁਤ ਸਾਰੇ ਸ਼ਹੀਦਾਂ ਦੀ ਜਾਂਬਾਜ਼ਾਂ ਦੀ ਸਿਰ ਲੱਥ ਕੌਮ ਦੇ ਵਿੱਚ ਜਿੰਨੇ ਵੀ ਇਸ ਵੇਲੇ ਸਾਡੇ ਵੱਡੇ ਦਿੱਗਜ ਹੋਏ ਨੇ, ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ। ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣਾਏ ਜਾਂਦੇ ਨੇ, ਪਰ ਜੋ ਕੁਝ ਗੁਰੂ ਸਾਹਿਬ ਤੋਂ ਬਾਅਦ ਵੀ ਔਰਤਾਂ ਦੇ ਲਈ ਇਸ ਕੌਮ ਨੇ ਕੀਤਾ ਹੈ, ਸ਼ਾਇਦ ਉਹ ਕਿਤੇ ਅਣਦੇਖਾ ਰਹਿ ਗਿਆ ਹੈ। ਇਸ ਥਾਂ 'ਤੇ ਬੈਠ ਕੇ ਵੀ ਮੈਂ ਬਹੁਤੇ ਉਹ ਚੀਜ਼ਾਂ, ਕਿਉਂਕਿ ਮੈਂ ਕਾਗਜ਼ ਇਸ ਕਰਕੇ ਲਿਆਈ ਸਾਂ, ਪੜ੍ਹ ਕੇ ਸੁਣਾ ਸਕਾਂ ਕਿ ਮੁਗਲ ਇਤਿਹਾਸਕਾਰਾਂ ਨੇ ਕੀ ਲਿਖਿਆ ਹੈ। ਜ਼ਰਾ ਸੋਚ ਕੇ ਵੇਖਿਓ, ਜਦੋਂ ਜੰਗ ਲੱਗਦੀ ਜੇ ਕਿਸੇ ਵੀ ਮੁਲਕ ਵਿੱਚ, ਤੇ ਇਤਿਹਾਸ ਸਾਡੇ ਤੋਂ ਉਲਟ ਨੇ ਲਿਖਣਾ ਹੋਏ ਤਾਂ ਉਹ ਸਾਡੇ ਹੱਕ ਵਿੱਚ ਨਹੀਂ ਲਿਖੇਗਾ। ਯਾਨੀ ਹਿੰਦ ਪਾਕ ਦੀ ਜੰਗ ਜੇ ਹੋਏਗੀ ਤਾਂ ਹਿੰਦੁਸਤਾਨ ਵਾਲੇ ਲਿਖਣਗੇ ਉਹ ਕਮਜ਼ੋਰ ਨੇ, ਤੇ ਪਾਕਿਸਤਾਨ ਵਾਲੇ ਵੀ ਇਸੇ ਤਰ੍ਹਾਂ ਹੀ ਕਰਨਗੇ। ਪਰ ਇਹ ਸੋਚ ਕੇ ਵੇਖੀਏ, ਜੇ ਹਿੰਦੁਸਤਾਨ ਵਾਲਿਆਂ 'ਚੋਂ ਕਿਸੇ ਨੂੰ ਇਹ ਕਹਿਣਾ ਪੈ ਜਾਏ ਕਿ ਪਾਕਿਸਤਾਨ ਦਾ ਉਹ ਬੰਦਾ ਬੜਾ ਸ਼ੇਰ ਸੀ, ਤਾਂ ਅਸੀਂ ਸਮਝ ਸਕਦੇ ਹਾਂ ਉਹ ਕਿੰਨੇ ਕੁ ਹਜ਼ਾਰ ਕੁ ਗੁਣਾ ਅਜੇ ਵੀ ਘੱਟ ਬੋਲ ਰਿਹਾ ਹੋਏਗਾ, ਕਿਉਂਕਿ ਤਾਰੀਫ ਦੁਸ਼ਮਣ ਦੀ ਕੀਤੀ ਨਹੀਂ ਜਾਂਦੀ। ਜਿਸ ਸ਼ੇਰ ਦੀ ਗੱਲ ਕਰਨ ਲੱਗੀ ਹਾਂ, ਉਸ ਤੋਂ ਪਹਿਲਾਂ ਰਤਕ ਕਹਾਣੀ ਸੁਣ ਲਓ ਜੋ ਅਸਲ ਘਟਨਾ ਸੀ। ਮੈਂ ਫਿਰ ਦੁਹਰਾ ਦਿਆਂ, ਤੁਹਾਡੀ ਜਾਂ ਮੇਰੀ ਲਿਖੀ ਹੋਈ ਨਹੀਂ, ਕਿਉਂਕਿ ਸਾਡੇ ਇਤਿਹਾਸਕਾਰਾਂ ਨੇ ਔਰਤਾਂ ਦਾ ਕੰਮ ਮਨਫੀ ਕਰ ਦਿੱਤਾ, ਗਿਣਤੀ ਦੀਆਂ ਔਰਤਾਂ ਰੱਖ ਦਿੱਤੀਆਂ ਨੇ। ਤੇ ਜਦੋਂ ਦੂਜੇ ਪਾਸੇ ਗੱਲ ਹੁੰਦੀ ਹੈ 40 ਸਿੰਘਾਂ ਦੀ ਕਿ ਇਹ ਮੁਕਤੇ ਸਨ, ਉਦੋਂ 21 ਔਰਤਾਂ ਜੋ ਸ਼ੁਰੂ ਹੋਈਆਂ ਸੀ, ਜਿਨ੍ਹਾਂ ਨੇ ਜੰਗ ਵਿੱਚ ਛਾਤੀ ਤੇ ਵਾਰ ਵੀ ਖਾਧੇ, ਸ਼ਹੀਦ ਵੀ ਹੋਈਆਂ, ਉਹਨਾਂ ਨੂੰ ਭੁਲਾ ਕੇ ਅਸੀਂ ਕੱਲੀ ਮਾਈ ਭਾਗੋ ਰਹਿਣ ਦਿੱਤੀ। ਇੰਨਾ ਵਿਤਕਰਾ ਕਰਦੇ ਕਿਉਂ ਆ? ਕਾਰਨ ਇਹ ਕਿ ਸਾਡੇ ਦਿਲਾਂ ਵਿੱਚ ਅਜੇ ਵੀ, ਖਾਸ ਕਰ ਇਤਿਹਾਸਕਾਰਾਂ ਦੇ ਦਿਲਾਂ ਵਿੱਚ ਕਿਤੇ ਨਾ ਕਿਤੇ ਅਜੇ ਵੀ ਮਰਦ ਪ੍ਰਧਾਨ ਸਮਾਜ ਦਾ, ਜੋ ਤੁਸੀਂ ਦੇਖ ਸਕਦੇ ਹੋ, ਬੜਾ ਪ੍ਰਤੱਖ ਰੂਪ ਵਿੱਚ ਉਹ ਚਿਹਰਾ ਸਾਹਮਣੇ ਆ ਜਾਂਦਾ। ਮੈਂ ਗੱਲ ਕਰਨ ਲੱਗੀ ਹਾਂ ਰਾਮੋ ਤੇ ਸ਼ਾਮੋ ਦੀ। ਤੁਹਾਡੇ ਜ਼ਿਹਨ ਵਿੱਚ ਸ਼ਾਇਦ ਹੋਣੀਆਂ ਵੀ ਨਹੀਂ, ਪਰ ਜੋ ਇਤਿਹਾਸ ਇਹਨਾਂ ਔਰਤਾਂ ਸਦਕਾ ਸਿਰਜਿਆ ਗਿਆ, ਮੇਰਾ ਮਕਸਦ ਇੱਥੇ ਆਉਣ ਦਾ ਇਹ ਹੈ ਕਿ ਮੈਂ ਯਾਦ ਕਰਵਾ ਦਿਆਂ ਕਿ ਇੱਥੇ ਇਸ ਕੌਮ ਦੇ ਵਿੱਚ ਸਿਰਫ ਸਿੰਘ ਹੀ ਕਮਾਲ ਨਹੀਂ ਕਰਦੇ ਰਹੇ, ਕੌਰ ਵੀ ਕਮਾਲ ਕਰਦੀਆਂ ਨੇ। ਉਹ ਵੀ ਉਹ ਕੌਰਾਂ ਜੋ ਇਸ ਧਰਮ ਵਿੱਚ ਜੰਮੀਆਂ ਵੀ ਨਹੀਂ, ਫਿਰ ਵੀ ਤਬਦੀਲੀ ਕਿਵੇਂ ਆਉਂਦੀ ਜੇ, ਇਹ ਸਾਡੇ ਧਰਮ ਦੀ ਮਹਾਨਤਾ ਹੈ, ਉਹਦਾ ਜ਼ਿਕਰ ਕਰਨ ਲੱਗੀ ਹਾਂ। ਰਾਮੋ ਤੇ ਸ਼ਾਮੋ ਪੰਡਿਤ ਜੀ ਦੀਆਂ ਧੀਆਂ ਸੀ, ਯਾਨੀ ਪੰਡਿਤ ਪਰਿਵਾਰ ਵਿੱਚ ਪਲ ਕੇ ਵੱਡੀਆਂ ਹੋਈਆਂ। ਖੂਬਸੂਰਤ ਬਹੁਤ ਸਨ, ਇਸੇ ਕਰਕੇ ਅਲੀ ਬੇਗ ਜੋ ਉਸ ਸਮੇਂ ਹਿਸਾਰ ਦੇ ਵਿੱਚ ਬੈਠਾ ਸੀ ਰਾਜ ਕਰਦਾ, ਉਹਦਾ ਦਿਲ ਆ ਗਿਆ
ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਅਜਿਹੀ ਚੀਜ਼ ਹੁੰਦਿਆਂ ਉਹ ਦੋਨੋਂ ਚੁਕਵਾ ਲਈਆਂ ਗਈਆਂ, ਉਹਦੇ ਹਰਮ ਵਿੱਚ ਸ਼ਾਮਲ ਕਰ ਲਈਆਂ ਗਈਆਂ। ਪੰਡਿਤ ਜੀ ਸਾਰੇ ਪਿੰਡ ਵਿੱਚ ਘੁੰਮਦੇ ਫਿਰਦੇ ਰਹੇ ਕਿ ਸ਼ਾਇਦ ਕੋਈ ਜਣਾ ਅਗਾਂਹ ਆਵੇ ਮਦਦ ਨੂੰ, ਮੇਰੀਆਂ ਧੀਆਂ ਨੂੰ ਬਚਾ ਲਿਆਵੇ। ਕੋਈ ਵੀ ਜਣਾ ਪੂਰੇ ਪਿੰਡ 'ਚੋਂ ਅਗਾਂਹ ਨਹੀਂ ਆਇਆ। ਸਭ ਨੂੰ ਜ਼ਿੰਦਗੀ ਪਿਆਰੀ ਏ, ਇਹੋ ਜਿਹੀ ਥਾਂ 'ਤੇ ਕੌਣ ਜਾਂਦਾ ਜੇ। ਅਖੀਰ ਕਿਸੇ ਨੇ ਸੁਨੇਹਾ ਦਿੱਤਾ, ਇਹੋ ਜਿਹਾ ਸਿਰ ਫਿਰਿਆ ਕੋਈ ਸਿਰਫ ਸਿੰਘ ਹੀ ਹੋ ਸਕਦਾ ਜੇ, ਜਿਹੜਾ ਕਿਸੇ ਦੀਆਂ ਚੁੱਕੀਆਂ ਧੀਆਂ ਵਾਪਸ ਲਿਆਵੇ। ਇਹੋ ਜਿਹਾ ਕੋਈ ਹੋਰ ਕੌਮ ਨਹੀਂ ਕਰ ਸਕਦੀ। ਸਭ ਪਾਸਿਓਂ ਧੱਕੇ ਖਾ ਕੇ ਅਖੀਰ ਪਹੁੰਚੇ ਤਾਂ ਕਿਸ ਕੋਲ? ਸਰਦਾਰ ਜੱਸਾ ਸਿੰਘ ਰਾਮਗੜੀਆ ਕੋਲ। ਜਾ ਕੇ ਸਾਰਾ ਕੁਝ ਸੁਣਾਇਆ ਕਿ ਇਸ ਤਰ੍ਹਾਂ ਮੇਰੀਆਂ ਧੀਆਂ ਚੁੱਕੀਆਂ ਗਈਆਂ ਨੇ, ਕੋਈ ਪਿੰਡ ਵਿੱਚੋਂ ਇੱਥੇ ਅਗਾਂਹ ਨਹੀਂ ਆਇਆ, ਕਿ ਤੁਸੀਂ ਚੱਲੋਗੇ, ਮੇਰੀਆਂ ਧੀਆਂ ਬਚਾ ਲਓਗੇ? ਪਤਾ ਜੇ ਜਵਾਬ ਕੀ ਦਿੱਤਾ? ਮੈਂ ਇਨ ਬਿਨ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ ਜੋ ਇਤਿਹਾਸਕਾਰਾਂ ਨੇ ਲਿਖਿਆ। ਜ਼ਰਾ ਇਹਨੂੰ ਜ਼ਰਬ 100 ਨਾਲ ਕਰ ਲਿਓ ਕਿ ਕੀ ਕੁਝ ਕਿਹਾ ਹੋਣਾ ਜੇ ਉਸ ਸਮੇਂ ਦੇ ਵਿੱਚ, ਜਿਸ ਤਰੀਕੇ ਦਾ ਬਹਾਦਰ ਜੁੱਸਾ ਅਤੇ ਜਿਸ ਤਰੀਕੇ ਦਾ ਜਾਂਬਾਜ਼ ਉਹ ਸਾਡਾ ਸ਼ੇਰ, ਉਹ ਕੀ ਹੋਰ ਕੁਝ ਕਹਿ ਗਿਆ ਹੋਣਾ, ਉਹ ਤੇ ਬਾਅਦ ਦੀਆਂ ਗੱਲਾਂ ਨੇ। ਪਰ ਜੋ ਲਿਖਤ ਰੂਪ ਵਿੱਚ ਮੌਜੂਦ ਹੈ ਉਹ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ ਕਿ ਪੁੰਜੇ ਚਫਾਲ ਡਿੱਗਿਆ ਪੰਡਤ, ਤੇ ਉਹਨੂੰ ਦੋਵਾਂ ਹੱਥਾਂ ਨਾਲ ਚੁੱਕ ਕੇ ਸਹਾਰਾ ਦੇ ਕੇ ਖੜਾ ਕਰਕੇ ਜੱਸਾ ਸਿੰਘ ਰਾਮਗੜੀਆ ਜੀ ਕਹਿਣ ਲੱਗੇ, ਤੁਸੀਂ ਆਰਾਮ ਨਾਲ ਘਰ ਜਾਓ, ਜੇ ਤੁਹਾਡੀਆਂ ਧੀਆਂ ਜ਼ਿੰਦਾ ਹੋਈਆਂ ਤਾਂ ਹਰ ਹਾਲ ਵਾਪਸ ਲੈ ਕੇ ਆਵਾਂਗਾ। ਮੇਰੇ ਗੁਰੂ ਦਾ ਹੁਕਮ ਹੈ ਕਿ ਔਰਤ ਮਾਨ ਸਨਮਾਨ ਦੀ ਹੱਕਦਾਰ ਹੈ ਤੇ ਕਿਸੇ ਵੀ ਮਜ਼ਲੂਮ ਦੀ ਰੱਖਿਆ ਕਰਨਾ ਹਰ ਖਾਲਸੇ ਦਾ ਫਰਜ਼ ਹੈ। ਇੰਨੀਆਂ ਤੁਕਾਂ ਵਿੱਚੋਂ ਸਾਨੂੰ ਸਮਝ ਆ ਸਕਦੀ ਹੈ ਕਿ ਕੀ ਕੁਝ ਉਸ ਸਮੇਂ ਕਿਹਾ ਹੋਣਾ, ਤੇ ਜਿਸ ਤਰੀਕੇ ਬਹਾਦਰੀ ਨਾਲ ਕਿਹਾ ਹੋਣਾ, ਸਿਜਦਾ ਕਰਨ ਨੂੰ ਜੀ ਕਰਦਾ ਕਿ ਪੂਰੀ ਕੌਮ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ, ਸਿਰਫ ਇੰਨੇ ਹੀ ਸ਼ਬਦ ਨਾਲ ਕਿ ਖਾਲਸਾ ਹਰ ਸਮੇਂ ਤਿਆਰ ਹੈ ਜਾਨ ਵਾਰਨ ਲਈ, ਸਿਰਫ ਆਪਣਿਆਂ ਲਈ ਨਹੀਂ, ਬਲਕਿ ਜਿਹੜਾ ਵੀ ਜਣਾ ਤਕਲੀਫ ਵਿੱਚ ਹੋਏ, ਭਾਵੇਂ ਉਹ ਕਿਸੇ ਹੋਰ ਧਰਮ ਦੀਆਂ ਧੀਆਂ ਹੀ ਕਿਉਂ ਨਾ ਹੋਣ, ਤੇ ਭਾਵੇਂ ਉਹਦੇ ਲਈ ਜਾਨ ਵੀ ਵਾਰਨੀ ਕਿਉਂ ਨਾ ਪਵੇ, ਪਰ ਉਹ ਜਾਂਦਾ ਜ਼ਰੂਰ ਹੈ। ਸਿਰਫ 3 ਘੰਟੇ ਖਾਲਸਾ ਜੀ, 3 ਘੰਟੇ ਤਿਆਰੀ ਵੀ ਕਰਨੀ ਹੋਏ ਨਾ ਆਪਣੀ ਜਾਨ ਦੇਣ ਦੀ ਜਾਂ ਹੱਲਾ ਬੋਲਣ ਲਈ, ਤਾਂ 100 ਵਾਰ ਤਾਂ ਦਿਮਾਗ ਵੀ ਸੋਚਦਾ ਹੈ ਕਿ ਅਸੀਂ ਕਰਨਾ ਕੀ ਹੈ। ਸਿਰਫ 3 ਘੰਟੇ ਤੇ ਸਿਰਫ 5 ਸਿੰਘ ਇਹ ਲੈ ਕੇ ਤੁਰੇ ਸਨ ਜੱਸਾ ਸਿੰਘ ਜੀ ਕਿ ਮੈਂ ਉੱਥੇ ਜਾ ਕੇ ਹਰਮ 'ਚੋਂ ਪੰਡਿਤ ਜੀ ਦੀਆਂ ਧੀਆਂ ਬਚਾ ਕੇ ਲਿਆਉਣੀਆਂ ਜੇ। ਉਸ ਪੰਡਿਤ ਜੀ ਦੀਆਂ ਜਿਹੜੀਆਂ ਇਸ ਹਾਲ ਤੱਕ ਤੁਰ ਗਏ ਸਨ ਕਿ ਮੈਨੂੰ ਮੁਗਲਾਂ ਨੇ ਕਿਹਾ ਆਪਣੀਆਂ ਧੀਆਂ ਲਿਜਾਉਣੀਆਂ ਤੇ ਉਹਦੀ ਥਾਂ ਤੇ 2 ਹੋਰ ਧੀਆਂ ਲਿਆਓ ਕਿਸੇ ਦੀਆਂ, ਅਸੀਂ ਫਿਰ ਵੀ ਦੇ ਦਿਆਂਗੇ। ਉਹ ਇਸ ਹੱਦ ਤੱਕ ਵੀ ਚਲੇ ਗਏ ਸਨ ਕਿ ਕਿਹੜੀਆਂ ਹੋਰ 2 ਧੀਆਂ ਚੁਕਵਾ ਦਿਆਂ। ਇੱਕ ਪਾਸੇ ਇਹ ਸ਼ੇਰ ਜਿਹੜਾ ਤਿਆਰ ਸੀ ਕਿ ਮੈਂ 3 ਘੰਟਿਆਂ ਵਿੱਚ ਜਾਨ ਦੀ ਪਰਵਾਹ ਨਾ ਕਰਦਿਆਂ ਉਹ 2 ਧੀਆਂ ਕਿਸੇ ਹੋਰ ਧਰਮ ਦੀਆਂ ਬਚਾ ਲਿਆਉਣਾ, ਉੱਥੇ ਇੱਕ ਪਾਸੇ ਉਹ ਕਹਿ ਰਹੇ ਸਨ ਕਿ ਵਾਪਸ ਮੇਰੀਆਂ ਧੀਆਂ ਆ ਜਾਣ, ਭਾਵੇਂ 2 ਕਿਸੇ ਹੋਰ ਦੀਆਂ ਧੀਆਂ ਉੱਥੇ ਰੱਖ ਦਿੱਤੀਆਂ ਜਾਣ। ਜਿਸ ਸਮੇਂ ਉਹ ਪਹੁੰਚੇ ਸਨ 3 ਘੰਟੇ ਦਾ ਮਤਲਬ ਹੈ ਰਾਤ ਦੇ 12 ਵਜੇ। ਇਹ ਹੱਲਾ ਵੱਜਿਆ ਸੀ ਰਾਤ ਦੇ 12 ਵਜੇ। ਜ਼ਰਾ ਸਿੰਘ ਵੇਖ ਲਓ ਕਿੰਨੇ ਸਨ, ਤੇ ਦੂਜੇ ਪਾਸੇ ਜੋ ਸੈਨਿਕ ਸਨ ਉਹਦੇ ਬਾਰੇ ਮੁਗਲ ਲਿਖਦੇ ਨੇ 3 ਸਿੰਘ ਸ਼ਹੀਦ ਹੋਏ, 3 ਸਿੰਘ, ਤੇ ਦੂਜੇ ਪਾਸੇ ਮਰਨ ਵਾਲੇ ਸਨ 40। ਇਹਨਾਂ ਦਾ ਹੱਲਾ ਸੀ ਰਾਤ ਦਾ, ਜਿਸ ਵੇਲੇ ਅਲੀ ਬੇਗ ਨੂੰ ਢਾਹ ਕੇ ਪੁੰਜੇ ਪਾ ਲਿਆ ਸੀ ਇਹਨਾਂ ਨੇ, ਤੇ ਜਿਸ ਤਰੀਕੇ ਦੇ ਜੈਕਾਰੇ ਗੂੰਜੇ ਸਨ, ਬਾਕੀਆਂ ਦੀਆਂ ਪੈਂਟਾਂ ਢਿੱਲੀਆਂ ਹੋ ਗਈਆਂ ਸਨ। 3 ਮਰਿਆਂ ਦੇ ਬਾਵਜੂਦ ਸਮਝ ਲਓ ਕਿ 2 ਸਿੰਘਾਂ ਦੇ ਜੈਕਾਰਿਆਂ ਨੇ ਕਿਸ ਤਰੀਕੇ ਦਾ ਉਸ ਥਾਂ ਤੇ ਹਿਲਾ ਦਿੱਤਾ ਹੋਣਾ ਸਾਰਾ, ਕਿ ਉਹਨਾਂ ਸਭਨਾਂ ਦਾ ਡਰ ਦੇ ਨਾਲ ਦੌੜ ਕੇ ਭੱਜ ਕੇ ਨਿਕਲਣਾ ਮੁਸ਼ਕਿਲ ਹੋ ਗਿਆ ਸੀ।
ਅਲੀ ਬੇਗ ਉਸੇ ਸਮੇਂ ਵੱਢਿਆ ਗਿਆ ਹੁੰਦਾ, ਕਿਉਂਕਿ ਜਿਸ ਤਰੀਕੇ ਤੇਗ ਲਹਿਰਾਈ ਸੀ ਜੱਸਾ ਸਿੰਘ ਜੀ ਨੇ, ਜੇ ਉਸ ਦੀ ਬੇਗਮ ਅਗਾਂਹ ਪੈਰਾਂ ਵਿੱਚ ਨਾ ਡਿੱਗ ਗਈ ਹੁੰਦੀ ਤਾਂ ਉਹਦੀ ਜਾਨ ਬਖਸ਼ੀ ਨਹੀਂ ਸੀ ਹੋਣੀ। ਪਰ ਇਹ ਜਾਨ ਬਖਸ਼ਣੀ ਮਹਿੰਗੀ ਕਿੰਨੀ ਕੁ ਪਈ ਸੀ, ਇਹ ਸਾਨੂੰ ਬਾਅਦ ਦੇ ਇਤਿਹਾਸ ਨੇ ਦੱਸਿਆ ਹੈ। ਪਰ ਅਸਲ ਗੱਲ ਇਹ ਹੈ ਕਿ ਸਿੰਘ ਜਿੰਨੇ ਵੀ ਮਰਜ਼ੀ ਤਾਕਤਵਰ ਹੋਣ, ਇੱਕ ਨਿਹੱਥੀ ਔਰਤ ਜਦੋਂ ਪੈਰੀਂ ਡਿੱਗ ਜਾਵੇ, ਕਿਸੇ ਹੋਰ ਧਰਮ ਦੀ ਭਾਵੇਂ ਦੁਸ਼ਮਣ ਦੀ ਕਿਉਂ ਨਾ ਹੋਵੇ, ਉਹ ਹੱਥ ਚੁੱਕਦਾ ਨਹੀਂ। ਅਲੀ ਬੇਗ ਦੀ ਜਾਨ ਬਖਸ਼ ਦਿੱਤੀ ਗਈ। ਪਰ ਜੋ ਕਿਹਾ ਗਿਆ, ਯਾਨੀ ਉਸ ਸਮੇਂ ਨਾ ਕਿਲਾ ਲੁੱਟਿਆ ਗਿਆ ਸੀ, ਨਾ ਕਿਸੇ ਮੁਗਲ ਦੀ ਔਰਤ 'ਤੇ ਹੱਥ ਲਾਇਆ ਗਿਆ ਸੀ। ਪਰ ਜੋ ਲਿਖਿਆ ਹੈ ਉਹ ਚੀਜ਼ ਮੇਰਾ ਖਿਆਲ ਹੈ ਦੁਨੀਆ ਨੂੰ ਸਾਹਮਣੇ ਦੇਖ ਕੇ ਯਾਦ ਰੱਖਣੀ ਚਾਹੀਦੀ ਹੈ। ਜੋ ਉਸ ਸਮੇਂ ਉਹਨਾਂ ਕਿਹਾ, ਚੇਤੇ ਰੱਖੀ ਅਲੀ ਬੇਗ, ਜਦੋਂ ਤੱਕ ਤੇਰੇ ਵਰਗੇ ਬਗੈਰਤ ਕਿਸੇ ਪਰਾਈ ਧੀ ਉੱਤੇ ਭੈੜੀ ਨਜ਼ਰ ਪਾਉਣ ਵਾਲੇ ਹੋਣਗੇ ਜਾਂ ਪਾਤੇ ਹੱਲਾ ਪਾਉਣ ਵਾਲੇ ਹੋਣਗੇ, ਕੋਈ ਅਧਰਮੀ ਜਦ ਤੱਕ ਇੱਥੇ ਦਿਸੇਗਾ, ਉਦੋਂ ਤੱਕ ਸਿੰਘਾਂ ਦੇ 12 ਵੱਜਦੇ ਰਹਿਣਗੇ ਤੇ ਆਉਣ ਵਾਲੀਆਂ ਪੁਸ਼ਤਾਂ ਸਿੰਘਾਂ ਦੇ 12 ਵਜੇ ਦੇ ਕੌਤਕ ਨਹੀਂ ਭੁਲਾ ਸਕਦੀਆਂ। ਲਾਨਤ ਸਾਡੇ ਉੱਤੇ ਕਿ ਇਹੋ ਜਿਹੇ ਸਾਡੇ ਮੁਲਕ ਦੇ ਵਿੱਚ, ਸਾਡੀ ਕੌਮ ਦੇ ਵਿੱਚ ਬੱਬਰ ਸ਼ੇਰ ਸਨ ਜਿਨ੍ਹਾਂ ਨੇ 12 ਵਜੇ ਦਾ ਅਰਥ ਸਮਝਾਇਆ ਹੈ, ਤੇ ਅਸੀਂ ਕੀ ਕਰ ਰਹੇ ਹਾਂ? ਸਾਡੇ ਮੂੰਹ ਤੇ ਚਪੇੜ ਵੱਜਦੀ ਏ ਜਦੋਂ ਫੇਸਬੁੱਕਾਂ ਤੇ WhatsApp ਦੇ ਗਰੁੱਪਾਂ ਦੇ ਵਿੱਚ ਸਾਡੇ ਕਿਹਾ ਜਾਂਦਾ ਹੈ, ਮਜ਼ਾਕ ਉਡਾਇਆ ਜਾਂਦਾ ਹੈ, ਸਿੰਘਾਂ ਦੇ 12 ਵਜੇ ਨੇ। ਗੱਜ ਕੇ ਬੋਲਣ ਦੀ ਹਿੰਮਤ ਰੱਖੋ ਉਹਨਾਂ ਸਮਿਆਂ ਦੇ ਵਾਸਤੇ ਕਿ ਜੇ ਅੱਜ ਸਿੰਘਾਂ ਦੇ ਤੁਸੀਂ ਜੇ ਜ਼ਿਕਰ ਇਹੋ ਜਿਹਾ ਕਰਦੇ ਹੋ, ਚੇਤੇ ਰੱਖਿਓ ਜੇ ਉਦੋਂ ਸਿੰਘਾਂ ਦੇ 12 ਨਾ ਵੱਜੇ ਹੁੰਦੇ ਤਾਂ ਅੱਜ ਮੁਗਲਾਂ ਦੇ ਹਰਮ ਹੋਣੇ ਸੀ। ਉੱਥੇ ਇੱਕ ਧੀ ਸਤਵੰਤੀ ਨਹੀਂ ਸੀ ਹੋਣੀ, ਇੱਕ ਭੈਣ ਸਤਵੰਤੀ ਨਹੀਂ ਸੀ ਹੋਣੀ, ਇੱਕ ਮਾਂ ਸਤਵੰਤੀ ਨਹੀਂ ਸੀ ਹੋਣੀ। ਇਹ ਜੱਸਾ ਸਿੰਘ ਨੇ ਸੁਣਾਇਆ ਸੀ ਕਿ ਸਿੰਘਾਂ ਦੇ 12 ਵੱਜਣ ਦਾ ਕਿਤੇ ਕੌਤਕ ਕੋਈ ਕਿਸੇ ਵੀ ਸਦੀ ਵਿੱਚ ਭੁਲਾਇਆ ਨਹੀਂ ਜਾਣਾ ਚਾਹੀਦਾ। ਲਾਨਤ ਕਿ ਸਾਡੇ ਵਰਗੇ ਬਗੈਰਤ ਇਹ ਚੀਜ਼ਾਂ ਭੁਲਾ ਕੇ ਸਿਰਫ ਇਹੋ ਜਿਹੇ ਮੈਸੇਜ ਵੇਖ ਕੇ ਪੜ੍ਹ ਕੇ ਚੁੱਪ ਰਹਿ ਜਾਂਦੇ ਨੇ। ਜੇ ਅੰਦਰ ਸੀਨੇ ਵਿੱਚ ਅੱਗ ਨਹੀਂ ਨਾ ਬਲਦੀ, ਮੈਨੂੰ ਬੁਲਾ ਲਿਆ ਕਰੋ। ਮੇਰੀਆਂ ਵਰਗੀਆਂ ਬਹੁਤ ਧੀਆਂ, ਬਹੁਤ ਭੈਣਾਂ ਖੜੀਆਂ ਹੋਣਗੀਆਂ ਮੂੰਹ ਤੋੜ ਜਵਾਬ ਦੇਣ ਲਈ, ਜਿਹੜੇ ਇਹੋ ਜਿਹੇ ਮੈਸੇਜ ਫਾਰਵਰਡ ਕਰਦੇ ਨੇ ਕਿ ਤੁਹਾਡੀ ਵੀ ਧੀ ਭੈਣ ਇਸ ਸਮੇਂ ਸੁਰੱਖਿਅਤ ਨਹੀਂ ਸੀ ਹੋਣੀ ਜੇ ਉਦੋਂ ਸਿੰਘਾਂ ਦੇ 12 ਨਾ ਵੱਜਦੇ। ਪਰ ਇਹ 12 ਵਜੇ ਦਾ ਕੌਤਕ ਜੇ ਅਸੀਂ ਅਗਾਂਹ ਸਮਝਾ ਨਹੀਂ ਸਕਦੇ, ਤੋਰ ਨਹੀਂ ਸਕਦੇ, ਤਾਂ ਫਿਰ ਲਾਨਤ ਤਾਂ ਸਾਡੇ 'ਤੇ ਹੈ ਨਾ। ਇਹ ਗੱਲ ਉੱਥੇ ਮੁੱਕੀ ਨਹੀਂ, ਕਿਉਂਕਿ ਜਿਹੜੀ ਸ਼ਾਮ ਕੌਰ ਤੇ ਰਾਮ ਕੌਰ ਸੀ ਵਾਪਸ ਤਾਂ ਆ ਗਈਆਂ, ਪਰ ਵਾਪਸ ਆਏ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਕਮਾਲ ਇਹ ਵੇਖੋ ਕਿ 3 ਸਿੰਘ ਜਾਨਾਂ ਗਵਾਏ, ਧੀਆਂ ਵਾਪਸ ਵੀ ਲਿਆ ਕੇ ਦੇ ਦਿੱਤੀਆਂ, ਪਰ ਕਿਹੋ ਜਿਹੇ ਲੋਕ ਨੇ ਕਿ ਉਸ ਪਿੰਡ ਵਿੱਚ ਕਿਸੇ ਨੇ ਵੀ ਧੀਆਂ ਪ੍ਰਵਾਨ ਕਰਨ ਤੋਂ ਨਾ ਕਰ ਦਿੱਤੀ। ਹਫ਼ਤਾ ਹੀ ਲੰਘਿਆ ਸੀ ਕਿ ਪੰਡਤ ਜੀ ਫਿਰ ਰੋਂਦੇ ਪਿੱਟਦੇ ਵਾਪਸ ਪਹੁੰਚ ਗਏ ਜੱਸਾ ਸਿੰਘ ਜੀ ਕੋਲ ਕਿ ਕੋਈ ਪਿੰਡ ਵਿੱਚ ਅਜਿਹਾ ਨਹੀਂ ਜਿਹੜਾ ਸਾਡੀ ਇਸ ਧੀਆਂ ਨੂੰ ਪ੍ਰਵਾਨ ਕਰ ਸਕੇ। ਹਰ ਜਣਾ ਕਹਿ ਰਿਹਾ ਇਹ ਪਿੱਟ ਗਈਆਂ ਨੇ, ਇਹ ਪਿੱਟੀਆਂ ਹੋਈਆਂ ਧੀਆਂ ਤੁਸੀਂ ਵਾਪਸ ਉਹਨਾਂ ਕੋਲ ਛੱਡ ਆਓ, ਅਸੀਂ ਰੱਖਣਾ ਨਹੀਂ ਚਾਹੁੰਦੇ। ਜ਼ਰਾ ਹਾਲ ਵੇਖੋ, ਇੱਕ ਪਾਸੇ ਜਾਨ ਵਾਰ ਕੇ ਲਿਆਈਆਂ ਧੀਆਂ ਤੇ ਉਹਨਾਂ ਦੇ ਅੱਗੇ ਹੀ ਸਕਾ ਪਿਓ ਤੇ ਪੂਰਾ ਉਹ ਪਿੰਡ ਜਿਸ ਵਿੱਚ ਉਹ ਰਹਿੰਦੀਆਂ ਸਨ, ਇੱਕ ਵੀ ਜਣੇ 'ਚ ਇੰਨਾ ਦਮ ਨਹੀਂ ਸੀ ਕਹਿ ਸਕੇ ਕਿ ਧੀਆਂ ਵਾਪਸ ਆਈਆਂ, ਅਸੀਂ ਰੱਖ ਲੈਂਦੇ ਹਾਂ। ਜੱਸਾ ਸਿੰਘ ਜੀ ਨੇ ਉਸੇ ਵੇਲੇ ਕਿਹਾ ਇਹ ਧੀਆਂ ਮੇਰੀਆਂ ਨੇ, ਵਾਪਸ ਜਾਣ ਦੀ ਗੱਲ ਤਾਂ ਛੱਡੋ, ਮੈਂ ਇਹਨਾਂ ਨੂੰ ਕੀਰਤਨ ਵੀ ਸਿਖਾਵਾਂਗਾ, ਮੈਂ ਘੁੜਸਵਾਰੀ ਵੀ ਸਿਖਾਵਾਂਗਾ, ਨੇਜ਼ਾ ਚਲਾਉਣਾ ਵੀ ਸਿਖਾਵਾਂਗਾ, ਤਲਵਾਰ ਵੀ ਚਲਾਉਣਗੀਆਂ ਤੇ ਜਿੱਥੇ ਲੰਗਰ ਚੱਲਦਾ ਹੈ ਉਹ ਪ੍ਰਥਾ ਵੀ ਜਾਰੀ ਰੱਖਣਗੀਆਂ। ਇਹ ਧੀਆਂ ਮੇਰੀਆਂ ਨੇ, ਵਿਆਹਾਂਗਾ ਵੀ ਮੈਂ, ਪਰਵਾਹ ਨਾ ਕਰੋ। ਇਹੋ ਜਿਹੀਆਂ ਜੇ ਹੋਰ ਨੇ ਉਹ ਵੀ ਲੈ ਆਓ, ਸਾਡੇ ਸਿੰਘਾਂ ਕੋਲ ਇਹ ਧੀਆਂ ਹਮੇਸ਼ਾ ਸੁਰੱਖਿਅਤ ਰਹਿਣਗੀਆਂ। ਜ਼ਰਾ ਤਬਦੀਲੀ ਸੋਚ ਕੇ ਵੇਖਿਓ, ਉਹ 2 ਨਾਬਾਲਗ ਧੀਆਂ ਜਿਨ੍ਹਾਂ ਦੇ ਕੋਲ ਉਹ ਪਿੰਡ ਸੀ ਜਿੱਥੇ ਖੇਡੀਆਂ, ਉਹ ਘਰ ਸੀ ਜਿੱਥੇ ਪਲੀਆਂ, ਸਕਾ ਪਿਓ ਸੀ
ਜਿਹੜਾ ਸੁੱਟਣ ਲਈ ਤਿਆਰ ਸੀ, ਉਹਨਾਂ ਦਾ ਹਾਲ ਸੋਚ ਲਓ। ਕਿਤੇ ਉਹਨਾਂ ਵੱਲ ਧਿਆਨ ਕਰਕੇ ਵੇਖਿਓ ਉਹਨਾਂ ਦਾ ਹੋਇਆ ਕੀ। ਉਹ ਸ਼ਾਮੋ ਤੇ ਰਾਮੋ ਜੋ ਉਸ ਸਮੇਂ ਸਨ, ਖੜੀਆਂ ਉਸੇ ਸਮੇਂ ਆਪਣੇ ਪਿਓ ਅੱਗੇ ਕਹਿਣ ਲੱਗੀਆਂ, ਤੁਹਾਨੂੰ ਅਸੀਂ ਤਿਆਗਿਆ, ਤੁਸੀਂ ਮੈਨੂੰ ਕੀ ਤਿਆਗਣਾ? ਅਸੀਂ ਤਿਆਗਦੀਆਂ ਤੁਹਾਨੂੰ, ਕਿਉਂਕਿ ਅਸੀਂ ਅੱਜ ਤੋਂ ਸਰਦਾਰ ਜੱਸਾ ਸਿੰਘ ਦੀਆਂ ਧੀਆਂ। ਮੈਂ ਹੁਣੇ ਤੋਂ ਸ਼ਾਮ ਕੌਰ ਹਾਂ, ਇਹ ਹੁਣੇ ਤੋਂ ਰਾਮ ਕੌਰ ਹੈ। ਉਹਨਾਂ ਨੇ ਛਕਿਆ ਉਸ ਵੇਲੇ ਉੱਥੇ ਅੰਮ੍ਰਿਤ ਵੀ, ਪਰ ਇੱਥੇ ਗੱਲ ਅਜੇ ਵੀ ਬਸ ਨਹੀਂ ਹੋਈ। ਮੈਂ ਸਿਰਫ ਕੌਰ ਸ਼ਬਦ ਦੀ ਤਬਦੀਲੀ ਉੱਤੇ ਚਾਹੁੰਦੀ ਹਾਂ, ਗੌਰ ਕਰਿਓ। ਇਹ ਬੱਚੀਆਂ 18 ਤੇ 16 ਵਰਿਆਂ ਦੀਆਂ ਇੰਨੇ ਸਾਲ ਆਪਣੇ ਜਿਸ ਮਾਹੌਲ ਵਿੱਚ ਰਹੀਆਂ ਹੋਣਗੀਆਂ, ਸਿਰਫ ਇੱਕ ਇਸ ਗੱਲ ਨੇ ਤਬਦੀਲੀ ਕੀ ਲਿਆ ਦਿੱਤੀ ਕਿ ਨਾਮ ਅੱਗੇ ਕੌਰ ਲੱਗਿਆ ਸੀ, ਸਿਰਫ ਕੌਰ। ਇਸ ਦੇ ਨਾਲ ਜੋ ਹੋਰ ਵੀ ਉਹਨਾਂ ਨੂੰ ਸਿਖਾਇਆ ਗਿਆ, ਨਤੀਜਾ ਇਹ ਸੀ, ਉਹੀ ਅਲੀ ਬੇਗ ਜੋ ਪੈਰਾਂ ਤੇ ਡਿੱਗਿਆ ਜਾਨ ਦੀ ਭੀਖ ਮੰਗਦਾ ਸੀ, ਜਿਹੜਾ ਛੱਡਿਆ ਸਿਰਫ ਇਸ ਕਰਕੇ ਗਿਆ ਸੀ ਕਿ ਉਹਦੀ ਬੇਗਮ ਪੈਰਾਂ ਤੇ ਡਿੱਗ ਗਈ ਸੀ, ਤਰਸ ਖਾ ਕੇ ਜੋ ਛੱਡਿਆ ਸੀ। ਸਿਰਫ ਇਸ ਬੀਬੀ ਦੇ ਅੱਗੋਂ ਤਿਆਰੀ ਤੋਂ ਬਾਅਦ ਜਿਸ ਤਰੀਕੇ ਇੱਕ ਕੌਰ ਲੱਗਣ ਦੇ ਨਾਲ ਇਹਨੇ ਟੁਕੜੀ ਤਿਆਰ ਕੀਤੀ ਸੀ, ਇਹਨੇ ਅੱਗੋਂ ਹੋਰ ਵੀ ਚੁੱਕੀਆਂ ਹੋਈਆਂ ਔਰਤਾਂ ਜੋ ਹਰਮ ਵਿੱਚ ਪਈਆਂ ਸੀ, ਲੜਾਈ ਵੀ ਕੀਤੀ, ਮੁਗਲ ਸੈਨਿਕ ਵੱਢੇ ਵੀ, ਤੇ ਉਹਦੇ ਹਰਮਾਂ ਵਿੱਚੋਂ 50 ਹੋਰ ਔਰਤਾਂ ਬਚਾ ਕੇ ਲਿਆਈ। ਇਹ ਫਰਕ ਪੈਂਦਾ ਜੇ ਕੌਰ ਹੋਣ ਨਾਲ। ਜੇ ਕਿਸੇ ਵੇਲੇ ਆਪ ਗਿੜਗੜਾਉਣ ਦੀ ਹਾਲਤ ਵਿੱਚ ਸੀ ਕਿ ਮੈਂ ਬੰਦੀ ਹਾਂ, ਕਿਸ ਪਾਸੇ ਜਾਵਾਂ, ਤੇ ਕੌਰ ਜੋ ਸਾਡੇ ਉੱਤੇ ਸਿਰ ਤੇ ਹੱਥ ਰੱਖਿਆ ਗੁਰੂ ਸਾਹਿਬ ਨੇ, ਉਸ ਕੌਰ ਦਾ ਸਹੀ ਮਾਇਨਿਆਂ ਵਿੱਚ ਅਰਥ ਸਮਝਾ ਗਈ ਉਹ ਸ਼ਾਮ ਕੌਰ ਕਿ ਮੈਂ ਹੁਣ ਇੰਨੀ ਕੁ ਹਾਂ ਕਿ ਅਗਾਂਹ ਹੋਰ ਧੀਆਂ ਬਚਾ ਕੇ ਲਿਆ ਸਕਦੀ ਹਾਂ। ਅਲੀ ਬੇਗ ਤੋਂ ਜਰਿਆ ਨਹੀਂ ਗਿਆ। 3000 ਸੈਨਿਕ ਲੈ ਕੇ, ਮੁਗਲ ਸੈਨਿਕ ਲੈ ਕੇ ਫੌਜ ਨਾਲ ਉਸਨੇ ਸ਼ਮਸ਼ੇਰ ਕੌਰ ਉੱਤੇ ਧਾਵਾ ਬੋਲਿਆ। 3000 ਸੈਨਿਕ ਤੇ ਦੂਜੇ ਪਾਸੇ ਸ਼ਮਸ਼ੇਰ ਕੌਰ, ਜਿਸ ਨੇ ਉੱਥੇ ਹੀ ਸਿੰਘ ਨਾਲ ਵਿਆਹ ਕੀਤਾ ਸੀ, ਆਪਣੇ ਪਤੀ ਨਾਲ ਜੰਗ ਲੜਨ ਲਈ ਫਿਰ ਤਿਆਰ ਹੋਈ। ਉਦੋਂ ਸਪਸ਼ਟ ਸੀ ਕਿ ਇੱਥੇ ਬਚਣਾ ਨਾਮੁਮਕਿਨ ਹੋਏਗਾ, ਕਿਉਂਕਿ ਇਕੱਲੀ ਨੂੰ ਘੇਰਾ ਪਾਉਣ ਲਈ ਇਹ ਮੁਗਲ ਫੌਜ ਤੁਰੀ ਸੀ। ਹੈ ਕਿ ਨਾ ਸ਼ਰਮਿੰਦਗੀ ਦੀ ਗੱਲ। ਲਿਖਿਆ ਇਤਿਹਾਸ ਮੁਗਲਾਂ ਨੇ ਤੇ ਕਹਿ ਕੀ ਰਹੇ ਨੇ, ਸ਼ਾਮ ਕੌਰ ਨੂੰ ਢਾਉਣ ਲਈ 3000 ਮੁਗਲਾਂ ਦੀ ਫੌਜ ਲੈ ਕੇ ਅਲੀ ਬੇਗ ਜਾਏ। ਕਮਾਲ, ਬਾ ਕਮਾਲ ਇਹ ਕੌਰ ਹੋਣ ਦਾ ਅਰਥ ਹੁੰਦਾ ਜੀ। ਪਰ ਇਹ ਤੁਰੇ, ਯਕੀਨਨ ਪਤਾ ਸੀ ਕਿ ਜ਼ਿੰਦਗੀ ਬਚਣੀ ਨਹੀਂ, ਪਰ ਉਹ ਸ਼ਾਮ ਕੌਰ ਆਪਣੇ ਪਤੀ ਦੇ ਨਾਲ ਜਿਸ ਤਰੀਕੇ ਲੜੀ, ਮੈਂ ਇਨ ਬਿਨ ਜੋ ਮੁਗਲਾਂ ਦਾ ਲਿਖਿਆ ਇਤਿਹਾਸ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ। ਫਿਰ ਦੁਹਰਾ ਦਿਆਂ, 100 ਨਾਲ ਜ਼ਰਬ ਕਰ ਲਿਓ ਕਿ ਜਿਸ ਬਹਾਦਰੀ ਦਾ ਜ਼ਿਕਰ ਮੁਗਲਾਂ ਨੂੰ ਕਰਨਾ ਪੈ ਰਿਹਾ ਹੈ, ਉਹ ਬਹਾਦਰੀ ਕਿੰਨੀ ਹੋਣੀ। ਸ਼ੇਰਨੀ ਵਾਂਗ ਦਹਾੜਦੀ ਨੇ ਜਦੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਹਿ ਕੇ ਧਾਵਾ ਬੋਲਿਆ, ਤਾਂ 3000 ਦੀ ਫੌਜ ਪਿਛਾਂ ਹਲਕਾ ਜਿਹਾ ਥਿੜਕ ਗਈ ਸੀ। ਇਸ ਬੀਬੀ ਨੇ ਪਹਿਲਾਂ ਸਾਰਾ ਘੇਰਾ ਤੋੜਦਿਆਂ ਹੋਇਆ ਅਲੀ ਤੱਕ ਪਹੁੰਚ ਕੀਤੀ, ਫਿਰ ਅਲੀ ਦੀ ਬਾਂਹ ਵੱਢੀ, ਫਿਰ ਗਰਦਨ ਧੜ ਤੋਂ ਅਲੱਗ ਕਰ ਦਿੱਤੀ। ਇਸ ਜੰਗ ਵਿੱਚ ਸ਼ਮਸ਼ੇਰ ਕੌਰ ਦਾ ਪਤੀ ਸ਼ਹੀਦ ਹੋ ਗਿਆ, ਪਰ ਉਸਨੇ ਹਿੰਮਤ ਨਹੀਂ ਹਾਰੀ। ਹਾਂਸੀ ਦੇ ਇਲਾਕੇ ਵਿੱਚ ਸ਼ਮਸ਼ੇਰ ਕੌਰ ਦੀ ਬਹਾਦਰੀ ਦਾ ਕਿੱਸਾ ਜੋ ਲਿਖਿਆ ਜਾਂਦਾ ਜੇ, ਲੋਕ ਅੱਜ ਵੀ ਸ਼ਾਨ ਨਾਲ ਇਹ ਸੁਣਾਉਂਦੇ ਨੇ, ਪੜ੍ਹਦੇ ਨੇ। ਮੈਂ ਆਪ ਸੁਣਿਆ ਕਿ ਉੱਥੋਂ ਦੇ ਆਮ ਲੋਕ ਕਿਸ ਤਰ੍ਹਾਂ ਕੌਰ ਦੀ ਬਹਾਦਰੀ ਦਾ ਜ਼ਿਕਰ ਕਰਦੇ ਨੇ। ਜੋ ਕਿੱਸੇ ਸੁਣਾਉਂਦੇ ਨੇ ਉਸ ਵਿੱਚ ਲਿਖਦੇ ਨੇ, ਸ਼ਮਸ਼ੇਰ ਕੌਰ ਨੇ ਲੜ ਕੇ ਮਰਨ ਦਾ ਫੈਸਲਾ ਲਿਆ ਸੀ। ਲੜੀ ਵੀ ਇੰਜ ਕਿ ਮਰਦਾਂ ਨੂੰ ਸ਼ਰਮ ਆ ਜਾਏ। ਚੀਤੇ ਦੀ ਫੁਰਤੀ ਵਾਲੀ ਜਾਂਬਾਜ਼ ਨੇ ਘੇਰੇ ਵਿੱਚ ਇਕੱਲੀਆਂ ਫਸੀ ਨੇ 35 ਤੋਂ 36 ਮਰਾਠੇ ਵੱਢ ਸੁੱਟੇ, ਤੇ ਤਲਵਾਰਾਂ ਦੇ 30 ਵਾਰ ਖਾਣ ਤੋਂ ਬਾਅਦ ਵੀ ਆਖਰੀ ਸਾਹ ਛੱਡਣ ਤੋਂ ਪਹਿਲਾਂ
ਤੇ ਜ਼ਮੀਨ ਤੇ ਡਿੱਗਣ ਤੋਂ ਪਹਿਲਾਂ 37ਵੇਂ ਮਰਾਠੇ ਦੀ ਸੱਜੀ ਬਾਂਹ ਵੱਢ ਕੇ ਫਿਰ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡ ਕੇ ਸਵਾਸ ਛੱਡੇ ਸੀ। ਇਹ ਹੁੰਦਾ ਜੇ ਕੌਰ ਲੱਗ ਜਾਣ ਦਾ ਅਰਥ। ਪਰ ਅਸੀਂ ਸਾਰਾ ਕੁਝ ਭੁਲਾ ਦਿੱਤਾ। ਅਸੀਂ ਜੱਸਾ ਸਿੰਘ ਰਾਮਗੜੀਆ ਜੀ ਦੇ 12 ਵਜੇ ਦੇ ਹੱਲੇ ਨੂੰ ਵੀ ਮਜ਼ਾਕ ਬਣਾ ਛੱਡਿਆ ਜੀ। ਤੇ ਜਿਸ ਤਰੀਕੇ ਉਸ ਤੋਂ ਅੱਗੇ ਇੱਕ ਕੌਰ ਨਾਮ ਦੇ ਲੱਗਿਆਂ ਨੇ ਹਿੰਮਤ ਵਿਖਾਈ, ਸਾਡੇ ਇਤਿਹਾਸਕਾਰ ਕਿਉਂ ਗੁੰਮ ਕਰ ਗਏ ਇਹ ਸਾਰਾ ਇਤਿਹਾਸ? ਨਤੀਜਾ ਪਤਾ ਜੇ ਕੀ ਹੁੰਦਾ? ਜਦੋਂ ਇਤਿਹਾਸ ਭੁਲਾਇਆ ਜਾਂਦਾ ਹੈ ਨਾ, ਉਦੋਂ ਬਹੁਤ ਮਾੜਾ ਹੁੰਦਾ ਜੇ। ਮਾੜਾ ਇਹ ਹੋਇਆ ਕਿ 1947 ਦੇ ਵਿੱਚ ਦੁਬਾਰਾ ਹੱਲੇ ਹੋਏ ਸਨ। ਉਹਨਾਂ ਹੱਲਿਆਂ ਵਿੱਚ ਪੜ੍ਹ ਲਿਓ, ਕਿਤਾਬਾਂ ਵਿੱਚ ਅਜੇ ਵੀ ਲਿਖਿਆ ਮਿਲਦਾ ਜੇ ਕਿ ਪਿਓਾਂ ਨੇ ਆਪਣੀਆਂ ਧੀਆਂ ਦੇ ਸਿਰ ਵੱਢ ਛੱਡੇ, ਪਿਓਾਂ ਨੇ ਆਪਣੀਆਂ ਧੀਆਂ ਨੂੰ ਜ਼ਹਿਰ ਦੇ ਕੇ ਮਾਰਿਆ, ਛਾਲਾਂ ਵੀ ਖੂਹ ਵਿੱਚ ਮਰਵਾਈਆਂ, ਉੱਥੇ ਮਾਰ ਸੁੱਟਿਆ। ਪਰ ਕਿਉਂ ਨਹੀਂ ਸੀ ਕਿਸੇ 'ਚ ਦਮ ਕਿ ਹੱਥ ਵਿੱਚ ਤਲਵਾਰ ਫੜਾ ਦਿੰਦਾ, ਚਾਰ ਨੂੰ ਵੱਢ ਕੇ ਮਰਦੀ, ਤਾਂ ਇਤਿਹਾਸ ਕੁਝ ਹੋਰ ਹੋਣਾ ਸੀ। ਅਸੀਂ ਉਦੋਂ ਵੀ ਇਤਿਹਾਸ ਭੁਲਾਇਆ। ਨਤੀਜਾ ਪਤਾ ਜੇ ਕੀ ਹੋਇਆ? ਨਤੀਜਾ ਫਿਰ 47 ਤੋਂ ਬਾਅਦ 84 ਆਈ। ਲਾਹਨਤ ਸਾਡੇ ਉੱਤੇ ਕਿ ਉਦੋਂ ਵੀ ਕਿਸੇ ਦਾ ਇਹ ਨਹੀਂ ਜ਼ਿਕਰ ਕੀਤਾ ਮਿਲਦਾ ਕਿ ਕਿਸੇ ਨੇ ਤਲਵਾਰ ਫੜਾਈ ਹੁੰਦੀ, ਉਦੋਂ ਵੀ ਪੱਤ ਨਾ ਆਪਣੀਆਂ ਲੁਹਾਂਦੀਆਂ, ਤੇ ਉਦੋਂ ਜੇ ਉਹ ਲੜ ਮਰੀਆਂ ਹੁੰਦੀਆਂ, ਇਤਿਹਾਸ ਫਿਰ ਵੀ ਕੁਝ ਹੋਰ ਹੋਣਾ ਸੀ। ਅੱਜ ਸਾਨੂੰ ਪੜ੍ਹਨ ਨੂੰ ਮਿਲਦਾ ਹੈ ਕਿ ਉਹਨਾਂ ਸਮਿਆਂ ਵਿੱਚ ਜਿੱਥੇ ਇੱਕ ਪਾਸੇ ਬਲਦੇ ਟਾਇਰ ਪਏ ਸਨ, ਉੱਥੇ ਦੂਜੇ ਪਾਸੇ 35 ਦੰਗਾਈਆਂ ਨੇ ਇੱਕ ਸਿੱਖ ਔਰਤ ਦੀ ਪੱਤ ਲੁੱਟੀ ਸੀ। ਪਰ ਅਸੀਂ ਫਿਰ ਵੀ ਤਲਵਾਰ ਫੜਾਉਣੀ ਭੁੱਲ ਗਏ ਸਾਂ। ਹਾਲ ਉੱਥੇ ਵੀ ਬਸ ਨਹੀਂ ਕੀਤਾ। ਮੈਂ ਯੂਨਾਈਟਿਡ ਨੇਸ਼ਨਸ ਵਿੱਚ ਖੜੀ ਲੈਕਚਰ ਦੇ ਰਹੀ ਸਾਂ, ਜਿੱਥੇ ਇੱਕ ਮੁਸਲਿਮ ਵੀਰ ਮੇਰੇ ਨੇੜੇ ਆ ਕੇ ਕਹਿਣ ਲੱਗਾ, ਤੁਹਾਡੀ ਕੌਮ ਦੀ ਅਣਖ ਮਰ ਗਈ ਹੈ। ਮੈਨੂੰ ਗੱਲ ਸਮਝ ਨਹੀਂ ਆਈ। ਜਦੋਂ ਪੁੱਛਿਆ ਕਿ ਅਣਖ ਕਿਵੇਂ ਮਰ ਗਈ ਹੈ, ਸਾਡੇ ਤਾਂ ਬੜੇ ਬੁਲੰਦ ਚਿਹਰੇ ਦਿਖ ਰਹੇ ਨੇ ਅੱਜ ਦੇ ਦਿਨ ਵੀ, ਤਾਂ ਮੈਨੂੰ ਕਹਿਣ ਲੱਗਾ, ਮੈਂ ਗਿਆ ਸਾਂ ਦਿੱਲੀ ਦੰਗਿਆਂ ਤੋਂ ਬਾਅਦ 10 ਸਾਲ ਬਾਅਦ, ਤੇ ਮੇਰੇ ਜ਼ਿੰਮੇ UN ਨੇ ਇੱਕ ਕੰਮ ਲਾਇਆ ਸੀ, ਵੇਖ ਕੇ ਆਈ ਉੱਥੇ ਜੋ ਬਚੀਆਂ ਸਨ ਔਰਤਾਂ, ਉਹਨਾਂ ਦਾ ਹਾਲ ਕੀ ਹੈ। ਕਹਿਣ ਲੱਗਾ, 12 ਔਰਤਾਂ ਨੂੰ ਮੈਂ ਮਿਲਿਆ, ਉਹ ਸਿੱਖ ਔਰਤਾਂ ਉਹਨਾਂ ਦੇ ਘਰਾਂ ਵਿੱਚ ਕੰਮ ਕਰ ਰਹੀਆਂ ਨੇ ਜਿਨ੍ਹਾਂ ਨੇ ਉਹਨਾਂ ਦੀ ਪੱਤ ਲੁੱਟੀ ਸੀ। ਤੇਰੀ ਕੌਮ ਬੇਗੈਰਤ ਹੈ, ਲਾਨਤ ਹੈ ਤੇਰੀ ਕੌਮ ਤੇ, ਜਿਹੜੀਆਂ 12 ਧੀਆਂ ਨਹੀਂ ਅੱਜ ਬਚਾ ਸਕਦੀ। ਉਹ ਦੰਗਾਈਆਂ ਨੇ ਪੱਤ ਲੁੱਟੀ, ਉਹਨਾਂ ਦੇ ਪਤੀ ਵੀ ਮਾਰੇ, ਪੁੱਤਰ ਵੀ ਮਾਰੇ, ਭਰਾ ਵੀ ਮਾਰੇ, ਅੱਜ ਉਹਨਾਂ ਦਾ ਕੋਈ ਨਹੀਂ ਹੈ, ਸਿੱਖ ਕੌਮ ਵੀ ਨਹੀਂ ਹੈ। ਮੇਰੇ ਕੋਲ ਹੋਰ ਰਾਹ ਕੀ ਸੀ ਉੱਥੇ ਖੜੀ ਨੂੰ ਇਹ ਸੁਣਨ ਤੋਂ ਬਾਅਦ ਕਿ ਮੇਰੀ ਉਹ ਕੌਮ ਜਿਹੜੀ ਦਾਅਵਾ ਕਰਦੀ ਹੈ ਕਿ ਅਸੀਂ ਆਉਣ ਵਾਲੀਆਂ ਪੁਸ਼ਤਾਂ ਨੂੰ ਦੱਸਾਂਗੇ ਇੱਥੇ ਗੱਡਿਆਂ 'ਚ ਸਿਰ ਪਰਵਾਉਣ ਵਾਲੀ ਕੌਮ, ਤੇ ਜੋ ਦੂਜਿਆਂ ਦੀਆਂ ਧੀਆਂ ਲਈ ਸਿਰ ਵਾਰ ਜਾਂਦੀ ਸੀ, ਅੱਜ ਆਪਣੀਆਂ 12 ਧੀਆਂ ਪਰ ਸਿਰਫ ਬਚਾਉਣ ਜੋਗੀ ਜਾਂ ਪਾਲਣ ਜੋਗੀ ਨਹੀਂ ਰਹੀ। ਸੋਚ ਕੇ ਵੇਖ ਲੈਣਾ, ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਰੂਹ ਕਿਸ ਤਰੀਕੇ ਰੋਂਦੀ ਹੋਣੀ ਹੈ, ਸਾਡੇ ਤੇ ਲਾਹਨਤ ਪਾਉਂਦੀ ਹੋਣੀ ਹੈ, ਇਹ ਗੁਰੂ ਗੋਬਿੰਦ ਸਿੰਘ ਦੇ ਨਾਮ ਲੈਵੇ ਨੇ। ਇਹੋ ਜਿਹਿਆਂ ਨੂੰ ਤਾਂ ਸਿਵਾਏ ਲਾਹਨਤ ਪਾਉਣ ਦੇ ਹੋਰ ਕੁਝ ਕਿਹਾ ਹੀ ਨਹੀਂ ਜਾ ਸਕਦਾ ਕਿ ਆਪੋ ਆਪਣੇ ਘਰਾਂ ਵਿੱਚ ਸੀਮਤ ਰਹਿਣ ਦੇ ਬਾਅਦ ਸਿਰਫ ਇੰਨਾ ਵੀ ਭੁਲਾ ਗਏ ਨੇ ਕਿ ਇਹਨਾਂ ਨੂੰ ਜੇ ਇਹੋ ਜਿਹੇ ਹਾਲਤ ਵਿੱਚੋਂ 12 ਧੀਆਂ ਵੀ ਸੰਭਾਲਣ ਜੋਗੇ ਨਹੀਂ, ਤਾਂ ਕੌਮ ਦੀ ਅਣਖ ਵਾਕਈ ਮਰ ਗਈ ਹੈ। ਪਰ ਮੇਰਾ ਤੁਹਾਡੇ ਵਿੱਚ ਆਉਣ ਦਾ ਮਕਸਦ ਸਿਰਫ ਇਹ ਸੀ ਕਿ ਅਸੀਂ ਜਿੱਥੇ ਇੱਕ ਪਾਸੇ ਆਪਣਾ ਪਿਛੋਕੜ ਯਾਦ ਰੱਖੀਏ, ਇਤਿਹਾਸ ਯਾਦ ਰੱਖੀਏ, ਤਾਂ ਜੋ ਇਸ ਇਤਿਹਾਸ ਨਾਲ ਜੋ ਅਗਾਂਹ ਆਉਣ ਵਾਲੀ ਕੌਮ ਨੇ ਸਾਡੇ 'ਚੋਂ ਸਿੱਖਣਾ, ਉਹ ਕਿਤੇ ਇਤਿਹਾਸ ਭੁਲਾ ਨਾ ਦਈਏ। ਕਿਉਂਕਿ ਜੇ 47 ਆਈ ਸੀ, 84 ਆਈ ਸੀ, ਤਾਂ ਚੇਤੇ ਰੱਖਿਓ ਇਹ ਸਮਾਂ ਫਿਰ ਜ਼ਰੂਰ ਆਏਗਾ।
ਪਰ ਜੇ ਫਿਰ ਇਸੇ ਤਰ੍ਹਾਂ ਅਸੀਂ ਛੱਡ ਦਿੱਤੀਆਂ ਆਪਣੀਆਂ ਧੀਆਂ ਤੇ ਭੈਣਾਂ ਪੱਤ ਲਵਾਉਣ ਲਈ, ਤਾਂ ਇਹ ਕੌਮ ਸਿਰਫ ਸ਼ਰਮਸਾਰ ਹੀ ਹੁੰਦੀ ਰਹੇਗੀ, ਅਣਖ ਨਾਲ ਸਿਰ ਉੱਚਾ ਨਹੀਂ ਕਰ ਸਕੇਗੀ। ਕਿਉਂਕਿ ਅੱਜ ਦੇ ਦਿਨ ਜੇ ਬਾਹਰੋਂ ਆਏ ਧਾੜਵੀਏ ਸਾਡੇ ਮੂੰਹਾਂ 'ਤੇ ਕਹਿ ਰਹੇ ਨੇ ਇਹਨਾਂ ਦੀਆਂ ਧੀਆਂ ਦੇ ਕੁੱਖਾਂ ਦੇ ਅੰਦਰ ਅਸੀਂ ਆਪਣੇ ਬੀਜ ਬੀਜਣੇ ਨੇ, ਤਾਂ ਕਦੇ ਤਾਂ ਜਾਗੀਏ, ਕਿਉਂ ਅਸੀਂ ਸੁੱਤੇ ਹੋਏ ਹਾਂ। ਸੱਚ ਜਾਣਿਓ, ਫਰਾਂਸ ਤੋਂ ਆ ਕੇ ਕਿਸੇ ਨੇ ਤੁਹਾਨੂੰ ਨਹੀਂ ਜਗਾਉਣਾ, ਨਾ ਕਿਸੇ ਜਰਮਨ ਨੇ ਆਉਣਾ ਜਗਾਉਣ ਲਈ। ਜਗਾਉਣ ਲਈ ਉੱਠੇਗਾ ਕੋਈ ਸੂਰਮਾ ਇਸੇ ਕੌਮ ਵਿੱਚੋਂ, ਜਗਾਉਣ ਲਈ ਫਿਰ ਆਏਗੀ ਕੋਈ ਮਾਈ ਭਾਗੋ, ਪਾਏਗੀ ਲਾਹਣਤਾਂ ਖੜੇ ਕਰਨ ਲਈ। ਕਦੇ ਤਾਂ ਜਾਗੋ। ਇਸ ਕੌਮ 'ਤੇ ਜਦੋਂ ਖਤਰਾ ਹੁੰਦਾ ਜੇ, ਸਾਡਾ ਹਰ ਬਾਸ਼ਿੰਦਾ ਜਾਨ ਵਾਰਨ ਨੂੰ ਤਿਆਰ ਹੁੰਦਾ ਜੇ, ਤਾਂ ਫਿਰ ਹੁਣ ਕਿਉਂ ਨਹੀਂ ਜਾਗ ਰਹੇ। ਮੇਰੇ ਕੋਲ ਸਮਾਂ ਸੀਮਤ, ਕਿਉਂਕਿ ਕਿਹਾ ਗਿਆ ਸੀ ਇਸ ਤੋਂ ਅਗਾਂਹ ਟਾਈਮ ਨਹੀਂ ਹੋਣਾ। ਇਸੇ ਲਈ ਵਿਦਾ ਲੈਣ ਤੋਂ ਪਹਿਲਾਂ ਇੱਕ ਹੋਰ ਸਿਰਫ ਕੁਝ ਸ਼ਬਦਾਂ ਨਾਲ ਤੁਹਾਨੂੰ ਫਿਰ ਜਗਾਉਣ ਦੀ ਕੋਸ਼ਿਸ਼ ਹੀ ਕਰਨ ਲੱਗੀ ਹਾਂ ਕਿ ਕਦੇ ਅਸੀਂ ਇਤਿਹਾਸ 'ਚ ਝਾਤ ਮਾਰੀਏ। ਇਹ ਸਾਡੀਆਂ ਜਾਂਬਾਜ਼ ਸ਼ੇਰਨੀਆਂ ਦਾ ਜ਼ਿਕਰ ਆਪੋ ਆਪਣੇ ਘਰਾਂ ਵਿੱਚ ਇਹ ਤਾਂ ਜ਼ਿੰਮਾ ਚੁੱਕ ਸਕਦੇ ਹਾਂ, ਆਪਣੇ ਧੀਆਂ ਪੁੱਤਰਾਂ ਤੱਕ ਪਹੁੰਚਾ ਦਈਏ। ਜੇ ਨਹੀਂ ਜਰਮਨਾਂ ਤੱਕ ਜਾਂ ਫਰਾਂਸੀਸੀਆਂ ਤੱਕ ਜਾਂ ਇੱਥੇ ਵਿਦੇਸ਼ਾਂ ਵਿੱਚ ਕਿਸੇ ਨੂੰ ਨਹੀਂ ਪਹੁੰਚਾਉਣਾ ਇਹ ਸਾਡੇ ਧਰਮ ਦਾ, ਸਾਡਾ ਪਿਛੋਕੜ, ਸਾਡਾ ਇਤਿਹਾਸ, ਤਾਂ ਘੱਟੋ ਘੱਟ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਤੱਕ ਤਾਂ ਪਹੁੰਚਾ ਦਈਏ, ਤਾਂ ਕਿ ਇਹ ਸਾਡੇ ਅੰਦਰ ਦਾ ਜੋ ਲੋਹਾ ਭਰਿਆ ਸੀ ਉਹਨੂੰ ਜ਼ੰਗ ਨਾ ਲੱਗ ਜਾਏ। ਇਹ ਲੋਹਾ ਇਸੇ ਤਰ੍ਹਾਂ ਗਰਮ ਰਹੇ ਅਤੇ ਹਰ ਵਾਰ ਜਿੰਨੀ ਵਾਰ ਸਾਡੀ ਕੌਮ 'ਤੇ ਭੀੜ ਪਵੇ, ਸਾਡੀਆਂ ਸ਼ੇਰਨੀਆਂ ਇਸੇ ਤਰ੍ਹਾਂ ਤਿਆਰ ਰਹਿਣ। ਕੱਢੀ ਤੇਗ ਮਿਆਨ 'ਚੋਂ ਗੁਰੂ ਜੀ ਨੇ ਸੂਰਮੇ ਚੁਣਨ ਲਈ ਭਰੇ ਦਰਬਾਰ ਵਿੱਚੋਂ। ਕੱਢੀ ਤੇਗ ਮਿਆਨ 'ਚੋਂ ਗੁਰੂ ਜੀ ਨੇ ਸੂਰਮੇ ਚੁਣਨ ਲਈ ਭਰੇ ਦਰਬਾਰ ਵਿੱਚੋਂ। ਉੱਚੀ ਗਰਜ ਕੇ ਮੁਖੋਂ ਫਰਮਾਨ ਕੀਤਾ, ਲਓ ਜਨਮ ਤਲਵਾਰ ਦੀ ਧਾਰ ਵਿੱਚੋਂ। ਇੱਕੋ ਬਾਟੇ 'ਚੋਂ ਪਿਆ ਜਾਤ ਪਾਤ ਤੋੜੀ, ਸਰਫਰੋਸ਼ ਸੂਰਬੀਰਾਂ ਦੇ ਬਲਿਦਾਨ ਵਿੱਚੋਂ। ਚੜ੍ਹਦੀ ਕਲਾ ਵਿੱਚ ਰਹਿਣ ਦਾ ਆਦੇਸ਼ ਦਿੱਤਾ, ਦੇਗ ਤੇਗ ਦੀ ਫਤਿਹ ਦੇ ਐਲਾਨ ਵਿੱਚੋਂ। ਕਰਨੀ ਸਰਬੱਤ ਦੇ ਭਲੇ ਦੀ ਅਰਦਾਸ ਸਦਾ, ਅਣਖ ਨਹੀਂ ਤਿਆਗਣੀ ਦਸਤਾਰ ਵਿੱਚੋਂ। ਸਿੰਘ ਕੌਰ ਜੋੜ ਕੇ ਜੋ ਮਾਣ ਦਿੱਤਾ, ਰਹੇਗੀ ਖਾਲਸੇ ਦੀ ਚੜ੍ਹਤ ਹਜ਼ਾਰ ਵਿੱਚੋਂ। ਮੇਰੇ ਨਾਲ ਸਿਰਫ ਗੱਜ ਕੇ ਉਹੀ ਜਣਾ ਅੱਜ ਜੈਕਾਰਾ ਛੱਡਿਓ, ਹਰ ਜਣਾ ਨਾ ਬੋਲਿਓ। ਜਿਸ ਦੇ ਦਿਲ ਵਿੱਚ ਮਾੜੀ ਜਿਹੀ ਸੱਟ ਵੱਜੀ ਹੋਏ ਕਿ ਅਸੀਂ ਇਸ ਇਤਿਹਾਸ ਤੋਂ ਆਪਣੇ ਬਾਲਾਂ ਨੂੰ ਕਿਉਂ ਪਰਾਂ ਰੱਖਿਆ, ਅਤੇ ਜੋ ਇਸ ਦਰਬਾਰ ਵਿੱਚ ਗੁਰੂ ਸਾਹਿਬ ਦੀ ਸਹੁੰ ਖਾ ਕੇ ਉਹਨਾਂ ਦੀ ਹਾਜ਼ਰੀ ਵਿੱਚ ਜਾਏਗਾ ਕਿ ਅਸੀਂ ਆਪਣਾ ਇਤਿਹਾਸ ਆਪਣੇ ਬਾਲਾਂ ਤੱਕ ਜ਼ਰੂਰ ਪਹੁੰਚਾਉਣਾ, ਤਾਂ ਕਿ ਉਹਨਾਂ ਦੇ ਰਗਾਂ ਵਿੱਚ ਜੋ ਫੌਲਾਦ ਭਰ ਕੇ ਗਏ ਸਨ ਗੁਰੂ ਸਾਹਿਬ, ਉਹ ਜੰਗਾਲਿਆ ਨਾ ਜਾਏ। ਅਤੇ ਅਗਾਂਹ ਪੁਸ਼ਤ ਦਰ ਪੁਸ਼ਤ ਇਸ ਇਤਿਹਾਸ ਨੂੰ ਅਸੀਂ ਜਾਰੀ ਰੱਖ ਸਕੀਏ, ਜੋ ਸਾਡੇ ਕੋਲ ਲਿਖਤੀ ਰੂਪ ਵਿੱਚ ਇਤਿਹਾਸਕਾਰਾਂ ਨੇ ਛੱਡਿਆ ਨਹੀਂ। ਜੈਕਾਰਾ ਸਿਰਫ ਉਹੀ ਬੋਲਿਓ ਜੋ ਆਪਣੇ ਗੁਰੂ ਨਾਲ ਅਹਿਦ ਕਰਕੇ ਜਾਏਗਾ ਕਿ ਮੈਂ ਇਹ ਇਤਿਹਾਸ ਅਗਾਂਹ ਤੋਰਨਾ ਹੈ। ਕਿਤੇ ਇਹੋ ਜਿਹੀਆਂ ਹੋਰ ਧੀਆਂ ਜਿਨ੍ਹਾਂ ਦਾ ਜ਼ਿਕਰ ਅਲੱਗ ਗੁਰੂ ਘਰਾਂ ਵਿੱਚ ਫਿਰ ਕੀਤਾ ਜਾਣਾ, ਸਿਰਫ ਇਹ ਨਹੀਂ, ਇਹੋ ਜਿਹੀਆਂ ਅਨੇਕ ਸਨ। ਸ਼ਾਇਦ ਤੁਸੀਂ ਭੁੱਲ ਗਏ ਹੋਵੋ ਕਿ 300 ਔਰਤਾਂ ਜੋ ਮੀਰ ਮੰਨੂ ਨੇ ਜੇਲ੍ਹ ਵਿੱਚ ਤਾੜੀਆਂ ਸੀ, ਕਿਸੇ ਇੱਕ ਦਾ ਵੀ ਨਾਮ ਤੁਹਾਨੂੰ ਚੇਤੇ ਨਹੀਂ ਹੋਣਾ, ਪਰ ਮੈਂ ਚੇਤੇ ਕਰਵਾਉਣ ਆਈ ਹਾਂ ਕਿ ਉਹਨਾਂ ਵਿੱਚੋਂ ਹੋ ਸਕਦਾ ਹੈ ਤੁਹਾਡੇ ਵਿੱਚੋਂ ਹੀ ਕੋਈ ਉਸ ਦੇ ਮਾਮੇ, ਕੋਈ ਚਾਚੇ, ਕੋਈ ਤਾਏ ਦੇ ਪੀੜ੍ਹੀ ਵਿੱਚੋਂ ਅਗਾਂਹ ਤੁਰਦਾ ਹੋਏ। ਮਾਣ ਵਾਲੀ ਗੱਲ ਹੋਏਗੀ, ਪਰ ਇਹ ਧੀਆਂ ਭੁਲਾਈਆਂ ਕਿਉਂ ਗਈਆਂ, ਇਹ ਜ਼ਿਕਰ ਜ਼ਰੂਰ ਅਗਾਂਹ ਕਰਾਂਗੇ। ਪਰ ਅੱਜ ਜੈਕਾਰਾ ਜ਼ਰੂਰ ਤਾਂ ਛੱਡਿਓ ਜੇ ਆਪ ਇਹ ਇਤਿਹਾਸ ਅਗਾਂਹ ਤੋਰਨਾ ਜੇ, ਅਤੇ ਅੱਜ ਤੋਂ ਬਾਅਦ 12 ਵਜੇ ਦੇ ਹੱਲੇ 'ਤੇ ਜੇ ਇੱਕ ਵੀ ਜਿਹੜਾ ਮਜ਼ਾਕ ਉਡਾਉਂਦਾ ਜੇ, ਤਾਂ ਹਿੰਮਤ ਰੱਖਿਓ, ਦਮ ਰੱਖਿਓ ਜਵਾਬ ਦੇਣ ਦਾ। ਨਾ ਦਮ ਰਿਹਾ ਮੈਨੂੰ ਜ਼ਰੂਰ ਹਾਕ ਮਾਰ ਲੈਣਾ, ਮੈਂ ਜਵਾਬ ਦੇਣ ਲਈ ਤਿਆਰ ਹਾਂ। ਜ਼ਰਾ ਗੱਜਿਓ ਜੇ ਕਿਸੇ 'ਚ ਦਮ ਹੈ। ਅੱਜ ਜੈਕਾਰਾ ਕਿਸੇ ਮਕਸਦ ਲਈ ਗੱਜਿਆ ਜਾ ਰਿਹਾ ਜੇ, ਤਾਂ ਹੀ ਗੱਜਿਓ ਜੇ ਤੁਸੀਂ ਇਹ ਗੱਲ ਅਗਾਂਹ ਤੋਰਨੀ ਹੈ।
ਮੈਂ ਜ਼ਿਕਰ ਸ਼ੇਰਨੀਆਂ ਦਾ ਕੀਤਾ ਸੀ, ਅਫਸੋਸ ਸੰਗ ਚੋਂ ਆਵਾਜ਼ ਹੀ ਬਾਹਰ ਨਹੀਂ ਆਈ। ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਇਹ ਅਹਿਦ ਲਿਆ ਗੁਰੂ ਸਾਹਿਬ ਕੋਲ ਖਲੋ ਕੇ ਕਿ ਅਸੀਂ ਅਗਾਂਹ ਤੋਰਾਂਗੇ। ਗੱਲ ਮਾਵਾਂ ਦਾਦੀਆਂ ਨਾਨੀਆਂ ਦੀ ਹੁੰਦੀ ਜੇ, ਇੰਨੀਆਂ ਤਾਂ ਅਸੀਂ ਗਈਆਂ ਗੁਜ਼ਰੀਆਂ ਨਹੀਂ ਆ ਕਿ ਇੱਕ ਵੀ ਭੈਣ ਖੜੀ ਜੇ ਮੈਂ ਕੈਮਰੇ ਦੇ ਅੱਗੇ ਸਾਹਮਣੇ ਖਲੋ ਕੇ ਇਹ ਦਮ ਰੱਖਦੀਆਂ ਕਹਿਣ ਦਾ ਕਿ 12 ਵਜੇ ਦੇ ਹੱਲੇ ਦਾ ਜਵਾਬ ਮੈਂ ਇਕੱਲੀ ਦੇਣ ਨੂੰ ਤਿਆਰ ਹਾਂ। ਮੈਂ ਉਡੀਕਦੀ ਸਾਂ ਜਿਵੇਂ ਮਾਈ ਭਾਗੋ ਨਾਲ 21 ਤਾਂ ਤੁਰੀਆਂ ਸੀ, ਸ਼ਾਇਦ 21 ਤੁਰੀ ਹੋਵੇ। ਜ਼ਰਾ ਗੱਜ ਕੇ ਜੈਕਾਰਾ ਬੋਲੋ, ਆਪਾਂ ਕੋਈ ਬਾਹਰ ਨਹੀਂ ਨਿਕਲ ਰਹੇ, ਘਰਾਂ ਵਿੱਚ ਇਤਿਹਾਸ ਹੀ ਤੋਰਨਾ ਹੈ। ਇੰਨਾ ਦੱਸਣ ਲਈ ਵੀ ਤੁਹਾਡੇ ਵਿੱਚ ਦਮ ਨਹੀਂ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਟੀਸ਼ਨ ਦੇ ਕਾਗਜ਼ ਨੇ ਸਾਈਨ ਕਰ ਸਕੋ ਤਾਂ ਬਹੁਤ ਚੰਗੀ ਗੱਲ ਹੋਏਗੀ। ਇੱਕ ਜਾਨ ਬਚਾਉਣੀ ਜੇ ਜੋ ਜੰਮਣ ਤੋਂ ਬਾਅਦ ਸੁੱਟੀਆਂ ਜਾ ਰਹੀਆਂ ਧੀਆਂ ਨੇ, ਉਹ ਕਿਸੇ ਨੂੰ ਦੇ ਦਿੱਤੀਆਂ ਜਾਣ, ਕੋਈ ਵੀ ਅਡਾਪਟ ਕਰ ਲਏਗਾ, ਪਰ ਘੱਟੋ ਘੱਟ ਇਸ ਤਰ੍ਹਾਂ ਨਾਲੀਆਂ ਵਿੱਚ ਨਾ ਸੁੱਟੀਆਂ ਜਾਣ, ਅਸੀਂ ਇਹ ਚਾਹੁੰਦੇ ਨਹੀਂ। ਸੋ ਇਹ ਇੱਕ ਸਿੰਪਲ ਕਾਗਜ਼ ਜੇ ਜਿਸ 'ਤੇ ਤੁਸੀਂ ਆਪਣਾ ਟੈਲੀਫੋਨ ਨੰਬਰ ਅਤੇ ਨਾਮ ਲਿਖ ਕੇ ਜੇ ਇੱਥੇ ਭਰ ਦਿਓਗੇ ਤਾਂ ਇਹ ਤੁਹਾਡੇ ਵੱਲੋਂ ਯੂਨਾਈਟਿਡ ਨੇਸ਼ਨਸ ਵਿੱਚ ਇੱਕ ਆਵਾਜ਼ ਪਹੁੰਚੇਗੀ ਸਿੱਖ ਪੰਥ ਵੱਲੋਂ ਕਿ ਦੁਨੀਆ ਭਰ ਦਾ ਹਰ ਸਿੰਘ ਤਿਆਰ ਹੈ। ਇਹ ਧੀਆਂ ਦਾ ਇਸ ਤਰੀਕੇ ਦਾ ਮਾਰਨਾ ਜਾਂ ਕੁੱਤਿਆਂ ਕੋਲੋਂ ਪੜਵਾਉਣਾ ਸਾਨੂੰ ਮਨਜ਼ੂਰ ਨਹੀਂ। ਬਹੁਤ ਧੰਨਵਾਦ। ਸਰਦਾਰ ਕਰਨੈਲ ਸਿੰਘ ਜੀ ਚੀਮਾ ਹੋਰੀ ਹੁਣੇ 100 ਪਾਉਂਡ ਦੇ ਕੇ ਗਏ ਨੇ, ਬਹੁਤ ਬਹੁਤ ਧੰਨਵਾਦ ਹੈ। ਦਰਦਾਂ ਮਾਰੇ ਸਭ ਜਣੇ ਦਰਦੀ ਕੋਏ ਕੋਏ, ਜੇਕਰ ਤੂੰ ਦਰਦੀ ਬਣੇ ਦੁਖੀਆ ਕੋਏ ਨਾ ਹੋਏ। ਦਰਦਮੰਦਾਂ ਦੀਆਂ ਬਾਹਾਂ ਫੜਨ ਲਈ ਇਹੋ ਜਿਹੀ ਆਵਾਜ਼ ਬੁਲੰਦ ਕਰਨੀ, ਸੱਚ ਦਾ ਹੋਕਾ ਦੇਣਾ, ਸੱਚ ਦੀ ਆਵਾਜ਼ ਬੁਲੰਦ ਕਰਨੀ, ਇਹ ਸੌਖਾ ਕੰਮ ਨਹੀਂ। ਗੁਰੂ ਨਾਨਕ ਦੇਵ ਜੀ ਵੀ ਸੱਚ ਦੀ ਆਵਾਜ਼ ਸਾਰੀ ਉਮਰ ਦਿੰਦੇ ਗਏ ਨੇ, ਸੱਚ 'ਤੇ ਪਹਿਰਾ ਦਿੰਦੇ ਗਏ ਨੇ। ਉਹਨਾਂ ਨੂੰ ਵੀ ਲੋਕ ਬੇਤਾਲਾ ਅਤੇ ਕੁਰਾਈਆ ਕਹਿੰਦੇ ਰਹੇ ਨੇ। ਸੱਚ ਦੀ ਆਵਾਜ਼ ਉਠਾਉਣ ਵਾਲਿਆਂ 'ਤੇ ਬੜੇ ਹਮਲੇ ਵੀ ਹੁੰਦੇ ਨੇ, ਜਾਤੀ ਤੌਰ 'ਤੇ ਵੀ ਹਮਲੇ ਹੁੰਦੇ ਨੇ, ਪਰ ਸੱਚ ਦੀ ਆਵਾਜ਼ ਜਿਗਰੇ ਨਾਲ ਉਠਾਈ ਜਾਂਦੀ ਹੈ। ਇਹ ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਜੀ, ਕੱਲ੍ਹ ਵੀ ਸ਼ਾਇਦ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ। 400-500 ਬੱਚੀਆਂ ਦੀ ਇਹ ਖੁਦ ਸੇਵਾ ਕਰਦੇ ਨੇ, ਜਿਨ੍ਹਾਂ ਦੀ ਇਹ ਮਦਦ ਕਰਦੇ ਨੇ ਉਹਨਾਂ ਦਾ ਕਰੀਅਰ ਬਣਾਉਣ ਦੇ ਵਿੱਚ। ਇਹ ਕਿਹੜਾ ਵੱਡੀ ਹਿੰਮਤ ਦਾ ਕੰਮ ਹੈ। ਇਹ ਕੱਲ੍ਹ ਇਹਨਾਂ ਨੇ ਸਮੈਦ ਗੁਰੂ ਘਰ ਦੇ ਵਿਖੇ ਇੱਕ ਇੰਸੀਡੈਂਟ ਸੁਣਾਇਆ। ਇਹਨਾਂ ਦੇ ਘਰ ਕੋਈ ਇੱਕ ਮਾਂ ਅਤੇ ਉਹਦੀ ਬੱਚੀ ਮਦਦ ਮੰਗਣ ਲਈ ਆਈ, ਅਤੇ ਇਹਨਾਂ ਨੇ ਕਿਤੇ ਕਿਹਾ ਵੀ ਮੇਰੇ ਕੋਲ, ਇਹਨਾਂ ਨੇ ਸੋਚਿਆ ਵੀ ਮੇਰੇ ਕੋਲ ਤਾਂ ਹੁਣ ਮਦਦ ਕਰਨ ਲਈ ਕੁਛ ਰਹਿ ਨਹੀਂ ਗਿਆ, ਕਾਫੀ ਨਹੀਂ। ਅਤੇ ਉੱਤੇ ਕਹਿੰਦੇ ਮੈਂ ਪਰੇ ਹੋਈ ਜਰਾ ਚਾਹ ਬਣਾਉਣ ਲਈ, ਅਤੇ ਚਾਹ ਬਣਾਉਂਦਿਆਂ ਜਦੋਂ ਚਾਹ ਬਣਾਉਣ ਲਈ ਵਾਪਸ ਆਏ ਨਾ ਉਹਨਾਂ ਦੀ ਚਾਹ ਪੁੱਛਣ ਲਈ, ਤਾਂ ਬਾਹਰ ਬੈਲ ਹੋਈ ਇਹਨਾਂ ਦੇ ਘਰ ਦੀ। ਮੈਨੂੰ ਪੂਰੀ ਤਰ੍ਹਾਂ ਜਿਹੜੀ ਗੱਲ ਜਿਸ ਤਰੀਕੇ ਨਾਲ ਇਹਨਾਂ ਸੁਣਾਈ ਸ਼ਾਇਦ ਮੈਂ ਨਾ ਸੁਣਾ ਸਕਾਂ। ਬਾਹਰ ਬੈਲ ਹੋਈ ਅਤੇ ਬਾਹਰੋਂ ਜੋ ਅੰਦਰ ਆਇਆ ਇਨਸਾਨ ਉਹ ਸੀ ਜਿਹੜਾ ਕਿਤੇ ਬੱਸ ਦੇ ਵਿੱਚ ਟਰੈਵਲ ਕਰ ਰਿਹਾ ਸੀ ਪੰਜਾਬ ਨੂੰ ਜਾਣ ਲਈ, ਅਤੇ ਉਹ ਜਿਹੜਾ ਚੈਰਿਟੀ ਸੰਸਥਾ ਹੈ ਅੰਮ੍ਰਿਤਸਰ ਦੇ ਵਿੱਚ, ਉੱਥੇ ਪੈਸੇ ਦੇਣ ਜਾ ਰਿਹਾ ਸੀ, ਜਿਹੜਾ ਕਿ ਹਰ ਸਾਲ ਜਾਂਦਾ। ਉਹ ਲੰਡਨ ਤੋਂ ਗਿਆ ਸੀ, ਲੰਡਨ ਤੋਂ ਕੋਈ ਬਿਜ਼ਨਸਮੈਨ, ਅਤੇ ਉਹਨਾਂ ਨੇ ਕਿਤੇ ਬੱਸ ਦੇ ਵਿੱਚ ਟਰੈਵਲ ਕਰਦਿਆਂ ਡਾਕਟਰ ਹਰਸ਼ਿੰਦਰ ਕੌਰ ਦੀ ਜੋ ਦੇਣ ਹੈ ਸਮਾਜ ਪ੍ਰਤੀ ਜਾਂ ਬੱਚੀਆਂ ਲਈ ਇਹ ਜੋ ਕੁਛ ਕਰ ਰਹੇ ਨੇ ਉਹਦੇ ਬਾਰੇ ਪੜ੍ਹਿਆ, ਅਤੇ ਉਸੇ ਵੇਲੇ ਡਾਕਟਰ ਹਰਸ਼ਿੰਦਰ ਕੌਰ ਦੇ ਘਰ ਦਾ ਬੈਲ ਕਰ ਦਿੱਤੀ ਆ ਕੇ। ਤਾਂ ਜਿਹੜਾ ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਉਹਨਾਂ ਬੱਚਿਆਂ ਦੀ ਹੁਣ ਮਦਦ ਕਿਵੇਂ ਕਰਨੀ ਹੈ, ਉਹ ਵਾਹਿਗੁਰੂ ਨੇ ਇਹੋ ਜਿਹੀ ਬਖਸ਼ਿਸ਼ ਕੀਤੀ ਵੀ ਉਹ ਪੈਸਾ ਲੈ ਕੇ ਆਪ ਇਹਨਾਂ ਦੇ ਦਰ 'ਤੇ ਹਾਜ਼ਰ ਹੋਏ, ਉਹ ਸੇਵਾਦਾਰ। ਸੋ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਪਰ ਹਿੰਮਤ ਜਿਹੜੀ ਹੈ ਪਹਿਲਾਂ ਆਪ ਕਿਸੇ ਭਲੇ ਕਾਰਜ ਲਈ ਕਰਨੀ ਪੈਂਦੀ ਹੈ। ਜੋ ਬੀੜਾ ਇਹਨਾਂ ਨੇ ਚੁੱਕਿਆ ਹੈ। ਤਰਸੇਮ ਸਿੰਘ ਜੀ ਸਰਨ ਤਰਸੇਮ ਲਾਲ ਜੀ ਸਰਨ 50 ਪਾਉਂਡ ਪੇਸ਼ ਹੋਏ ਨੇ। ਮੈਂ ਇੱਥੇ ਇਹ ਵੀ ਜ਼ਿਕਰ ਕਰਦਿਆਂ ਵੀ ਮੈਂ ਇੱਥੋਂ ਦੀ ਇਸਤਰੀ ਸਭਾ ਦਾ ਇੰਨਾ ਧੰਨਵਾਦ ਕਰਨਾ ਚਾਹੁੰਦਾ ਹਾਂ, ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਜਿਵੇਂ ਮੈਂ ਆਸ ਕਰਦਾ ਸਾਂ
ਉਸ ਆਸ ਤੋਂ ਵੀ ਉਹਨਾਂ ਨੇ ਵੱਧ ਚੜ੍ਹ ਕੇ ਇਹਨਾਂ ਦਾ ਕੱਲ੍ਹ ਆਦਰ ਮਾਣ ਕੀਤਾ ਹੈ। ਮੈਂ ਉਹਨਾਂ ਦਾ ਬਹੁਤ ਬਹੁਤ ਰਿਣੀ ਹਾਂ ਅਤੇ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਆਪਣਾ ਯੋਗਦਾਨ ਇਹਨਾਂ ਕੰਮਾਂ ਦੇ ਵਿੱਚ ਇਸੇ ਤਰ੍ਹਾਂ ਪਾਉਂਦੇ ਰਹਿਣਗੇ। ਮੈਂ ਇੱਕ ਨਾਲ ਬੇਨਤੀ ਹੋਰ ਕਰਨੀ ਚਾਹੁੰਦਾ ਹਾਂ। ਇੱਕ ਤਾਂ ਗੱਲ ਜਿਹੜੀ ਭੈਣ ਜੀ ਹੋਰਾਂ ਨੇ ਪਟੀਸ਼ਨ ਦੀ ਕੀਤੀ ਹੈ, ਉਹ ਆਪਾਂ ਐਤਵਾਰ ਨੂੰ ਪੁਰਬ ਵਾਲੇ ਦਿਨ ਵੀ ਅਤੇ ਅੱਜ ਵੀ ਜੋ ਹੋ ਸਕਿਆ ਆਪਣਾ ਉਹ ਕੈਂਪੇਨ ਸ਼ੁਰੂ ਕਰਨੀ ਹੈ। ਪਟੀਸ਼ਨ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੈ ਕਰਨਾ ਹੈ। ਦੂਜੀ ਗੱਲ ਮੈਂ ਇੱਥੇ ਬੇਨਤੀ ਨਾਲ ਲੱਗਦੀ ਕਰਦੇ ਹਾਂ ਕਿ ਇਹਨਾਂ ਦੀ ਆਵਾਜ਼ ਨੂੰ ਆਲ ਓਵਰ ਦਾ ਵਰਲਡ, ਸਾਰੀ ਦੁਨੀਆ 'ਤੇ ਪਹੁੰਚਾਉਣ ਲਈ ਸਿੱਖ ਚੈਨਲ ਜੋ ਸਹਿਯੋਗ ਦੇ ਰਿਹਾ ਹੈ, ਅਸੀਂ ਦਵਿੰਦਰ ਸਿੰਘ ਬਲ ਹੋਰਾਂ ਦੇ ਰਿਣੀ ਹਾਂ, ਜਿਹੜੇ ਹਰ ਵੇਲੇ ਇਸ ਸੰਬੰਧ ਦੇ ਵਿੱਚ ਸਹਿਯੋਗ ਦਿੰਦੇ ਨੇ। ਆਵਾਜ਼ ਜਿਹੜੀ ਕਿ ਹੱਕ ਸੱਚ ਦੀ ਆਵਾਜ਼ ਉਠਾਉਣ ਲਈ ਇਸ ਮੀਡੀਆ ਦੀ ਬੜੀ ਲੋੜ ਹੈ। ਅਤੇ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਨੰਦਰਾ ਹੋਰੀ ਉਹਨਾਂ ਦੇ ਨਾਲ ਰਲ ਕੇ, ਮੈਨੂੰ ਪਤਾ ਹੈ ਕਿ ਪਿੱਛੇ ਰਹਿ ਕੇ ਬਹੁਤ ਉਹਨਾਂ ਲਈ ਸਿੱਖ ਚੈਨਲ ਲਈ ਕੰਮ ਕਰਦੇ ਨੇ। ਇਹਨਾਂ ਸਾਰਿਆਂ ਦੇ ਅਸੀਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜੇ ਇਹ ਮੀਡੀਆ ਲੈ ਕੇ ਸਾਡੇ ਲਈ ਸਾਡੀ ਸਰਵਾਂ ਦੀ ਮਦਦ ਕਰਦੇ ਹਨ। ਪਰ ਮੈਂ ਨਾਲ ਇਹ ਵੀ ਬੇਨਤੀ ਕਰਦਿਆਂ ਕਿ ਇਹ ਜੋ ਮੀਡੀਆ ਹੈ, ਸਾਡਾ ਸਿੱਖ ਕੌਮ ਦਾ ਮੀਡੀਆ, ਇਸ ਨੂੰ ਚਲਾਉਣ ਕਰਨ ਲਈ ਇਹਦੇ ਪਿੱਛੇ ਬੜੇ ਖਰਚੇ ਨੇ। ਸਾਨੂੰ ਜੇ ਅਸੀਂ ਇਸ ਮੀਡੀਆ ਦਾ ਸਹੀ ਲਾਭ ਲੈਣਾ ਚਾਹੁੰਦੇ ਹਾਂ, ਸਾਡੀਆਂ ਸੰਸਥਾਵਾਂ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹਾਂ, ਤਾਂ ਇਹ ਵੀ ਚਾਹੀਦਾ ਹੈ ਕਿ ਸਾਡਾ ਇਹ ਇਖਲਾਕੀ ਫਰਜ਼ ਬਣਦਾ ਹੈ ਕਿ ਆਪਾਂ ਇਹੋ ਜਿਹੇ ਮੀਡੀਆ ਨੂੰ ਵੀ ਕਾਮਯਾਬ ਕਰਨ ਦੇ ਯਤਨ ਕਰੀਏ। ਸੋ ਸਿੱਖ ਚੈਨਲ ਦੀ ਜਿੰਨੀ ਵੱਧ ਤੋਂ ਵੱਧ ਆਪਾਂ ਮਦਦ ਕਰ ਸਕੀਏ ਆਪਾਂ ਨੂੰ ਕਰਨੀ ਚਾਹੀਦੀ ਹੈ। ਤਾਂ ਆਪਾਂ ਰੋਜ਼ ਸਿੱਖ ਚੈਨਲ 'ਤੇ ਚੱਲਦੇ ਪ੍ਰੋਗਰਾਮ ਦੇਖਦੇ ਹਾਂ। ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਆਈ ਵਿਪਤਾ ਸੀ, ਉਸ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਬੜਾ ਯੋਗਦਾਨ ਪਾਇਆ ਹੈ। ਅਸੀਂ ਸਾਡੇ ਲਈ, ਕੌਮ ਲਈ, ਸਮੁੱਚੀ ਕੌਮ ਲਈ ਬੜੇ ਮਾਣ ਦੀ ਗੱਲ ਹੈ। ਪਰ ਮੈਂ ਨਾਲ ਇਹ ਵੀ ਗੱਲ ਕਰਦਿਆਂ, ਕਈ ਲੋਕ ਅਸੀਂ ਇਹ ਸੋਚਦੇ ਹਾਂ ਕਿ ਉਹ ਜੋ ਚੈਨਲ ਚੱਲਦੇ ਨੇ ਜਾਂ ਹੋਰ ਜਿਹੋ ਜਿਹੀਆਂ ਚੈਰਿਟੀਜ਼ ਨੇ, ਵੀ ਉਹ ਸ਼ਾਇਦ ਆਪਣੇ ਨਿੱਜੀ ਮਕਸਦ ਲਈ ਵੀ ਤੁਰੇ ਫਿਰਦੇ ਨੇ। ਉਹ ਲੋਕ ਕ੍ਰਿਟਿਸਿਜ਼ਮ ਕਰਨ ਵਾਲੇ ਲੋਕ ਉਹ ਗੱਲ ਭੁੱਲ ਜਾਂਦੇ ਨੇ, ਉਹਨਾਂ ਦੀ ਵੀ ਲੋਕ ਭਲਾਈ ਦਾ ਜਿਹੜਾ ਆਸ਼ਾ ਹੈ ਉਸ ਨੂੰ ਭੁੱਲ ਜਾਂਦੇ ਨੇ। ਅਤੇ ਇਸ ਮੈਂ ਸਮਝਦਾ ਹਾਂ ਸੰਕੀਰਨ ਜੀ ਸੋਚ 'ਤੇ ਪਹਿਰਾ ਦੇਣ ਲੱਗ ਜਾਂਦੇ ਨੇ ਵੀ ਸ਼ਾਇਦ ਇਹ ਕੋਈ ਆਪਣੇ ਮਤਲਬ ਪੂਰੇ ਕਰਨ ਦੀ ਖਾਤਰ। ਅੱਜ ਹੀ ਮੈਂ ਸਿੱਖ ਏਡ, ਜਿਹੜੀ ਕਿ ਰਵੀ ਸਿੰਘ ਹੋਣੀ ਸਾਰੀ ਦੁਨੀਆ 'ਤੇ ਐਡਾ ਵੱਡਾ ਕੰਮ ਕਰ ਰਹੇ ਨੇ, ਖਾਲਸਾ ਏਡ ਦੇ ਬਾਅਦ, ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਵੀ ਉਹਨਾਂ 'ਤੇ ਵੀ ਕੋਈ ਕ੍ਰਿਟਿਸਿਜ਼ਮ ਕਰ ਰਿਹਾ ਹੈ ਕਿ ਇਹ ਸ਼ਾਇਦ ਇਹਨਾਂ ਨੇ ਜੀ ਆਪਣੀਆਂ ਕੋਠੀਆਂ ਬਣਾ ਲਈਆਂ ਅਤੇ ਇਹਨਾਂ ਨੇ ਬੜਾ ਵੱਡਾ ਕੁਛ ਕਰ ਰਿਹਾ। ਇਹ ਮੈਂ ਤਾਂ ਗੱਲ ਇਸ ਲਈ ਕੀਤੀ ਹੈ, ਇਸ ਗੱਲ ਨੂੰ ਕਦੇ ਨਾ ਇਸ ਤਰੀਕੇ ਨਾਲ ਸੋਚੀਏ ਵੀ ਡਾਕਟਰ ਹਰਸ਼ਿੰਦਰ ਕੌਰ ਜੀ ਅਤੇ ਇਹਨਾਂ ਦੇ ਜੀਵਨ ਸਾਥੀ, ਜੇ ਇਹ ਸਾਡੇ ਬੇਨਤੀਆਂ ਪ੍ਰਵਾਨ ਕਰਕੇ ਲੈਕਚਰ ਦੇਣ ਲਈ ਤੁਰੇ ਫਿਰਦੇ ਨੇ, ਇਹ ਕਿਸੇ ਪੈਸੇ ਦੀ ਖਾਤਰ ਨਹੀਂ ਤੁਰੇ ਫਿਰਦੇ। ਇਹ ਕੌਮ ਦੀ ਸੇਵਾ ਕਰ ਰਹੇ ਨੇ, ਜਿਹੜੀ ਕਿ ਇਹ ਬਹੁਤ ਜ਼ਰੂਰੀ ਹੈ। ਅਤੇ ਹਰ ਇੱਕ ਦੇ ਪੱਲੇ ਇਹ ਗੱਲ ਨਹੀਂ ਹੁੰਦੀ। ਗੱਲ ਕਹਿਣ ਦਾ ਅੰਦਾਜ਼, ਸਹੀ ਮੌਕੇ ਸੱਚ ਨੂੰ ਪ੍ਰਗਟਾਉਣ ਦਾ ਅੰਦਾਜ਼ ਹਰ ਇੱਕ ਕੋਲ ਨਹੀਂ ਹੁੰਦਾ। ਅਸੀਂ ਇਹਨਾਂ ਦੇ ਰਿਣੀ ਹਾਂ, ਜਿਹੜੇ ਸਾਡੇ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਪੁੱਜੇ ਨੇ। ਅਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਸਮੇਂ 'ਤੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਰਹਾਂਗੇ। ਹੁਣ ਮੈਂ ਬੇਨਤੀ ਕਰਾਂ ਕਿ ਸੰਸਥਾ ਵੱਲੋਂ ਡਾਕਟਰ ਹਰਸ਼ਿੰਦਰ ਕੌਰ ਜੀ ਅਤੇ ਇਹਨਾਂ ਦੇ ਜੀਵਨ ਸਾਥੀ ਡਾਕਟਰ ਗੁਰਪਾਲ ਸਿੰਘ ਜੀ ਦਾ ਸਨਮਾਨ ਕੀਤਾ ਜਾਵੇ। ਮੈਂ ਬੇਨਤੀ ਕਰਾਂ ਪ੍ਰਧਾਨ ਜੀ ਸਰਦਾਰ ਚੰਚਲ ਸਿੰਘ ਸਹਿਮੀ, ਨਰਪਾਲ ਸਿੰਘ ਜੀ ਜਨਰਲ ਸਕੱਤਰ, ਖਜ਼ਾਨਚੀ ਜਸਵਿੰਦਰ ਸਿੰਘ ਜੀ ਲਾਇਲ, ਸੁਖਨਿੰਦਰ ਸਿੰਘ ਜੀ ਬਾਂਸਲ, ਸਾਰੇ ਜਣੇ ਇਕੱਠੇ ਹੋ ਕੇ ਇਹਨਾਂ ਦਾ ਸਨਮਾਨ ਕਰੋ। ਮੈਂ ਤੁਹਾਡਾ ਬਹੁਤ ਬਹੁਤ ਰਿਣੀ ਹਾਂ, ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਡਾਕਟਰ ਹਰਸ਼ਿੰਦਰ ਕੌਰ ਦੇ ਪ੍ਰੋਗਰਾਮ ਕੱਲ੍ਹ ਵੀ ਅਤੇ ਅੱਜ ਵੀ ਰੱਖੇ ਨੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਬੇਨਤੀਆਂ ਕਰਦੇ ਰਹਾਂਗੇ। ਤੁਹਾਡਾ ਸਮੁੱਚੀ ਸਾਧ ਸੰਗਤ ਦਾ ਇੱਥੇ ਅੱਜ ਹਾਜ਼ਰੀ ਭਰਨ ਲਈ ਬਹੁਤ ਬਹੁਤ ਧੰਨਵਾਦ ਹੈ। ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਪਾਂ ਨੂੰ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣ ਦੀ ਬਹੁਤ ਲੋੜ ਹੈ। ਬਹੁਤ ਧੰਨਵਾਦ ਹੈ। ਸਰਦੂਲ ਸਿੰਘ ਜੀ ਮਾਰਬਾ, ਮੇਰੇ ਵੀਰ ਅਮਰਜੀਤ ਸਿੰਘ ਜੀ ਨੰਦਰਾ, ਸਾਡੀ ਸੰਸਥਾ ਦੇ ਟਰਸਟੀ ਨੇ। ਟਰਸਟੀ ਹੋਣ ਦੇ ਬਾਵਜੂਦ ਵੀ ਕੈਮਰਾ ਚਲਾਉਣ ਦੀ ਵੀ ਸੇਵਾ ਕਰੀ ਜਾ ਰਹੇ ਨੇ। ਸਿੱਖ ਚੈਨਲ ਦੇ ਪਿੱਛੇ ਇਹਨਾਂ ਦਾ ਬੜਾ ਹੱਥ ਹੈ, ਸਾਨੂੰ ਹਰ ਵੇਲੇ ਸਹਿਯੋਗ ਅਤੇ ਅਗਵਾਈ ਦਿੰਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸਟੇਜ ਨਿਭਾਉਣ ਦੀ ਜ਼ਿੰਮੇਵਾਰੀ ਆਪ ਹੀ ਸੁਖਨਿੰਦਰ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਕੇ ਲੈ ਲਈ। ਜੇ ਮੈਂ ਕੋਈ ਗਲਤੀ ਕਰ ਗਿਆ ਹੋਵਾਂ ਤਾਂ ਖਿਮਾ ਚਾਹਾਂਗਾ। ਹੁਣ ਗਿਆਨੀ ਜੀ ਆਨੰਦ ਸਾਹਿਬ ਦਾ ਪਾਠ ਕਰਨਗੇ, ਉਪਰੰਤ ਅਰਦਾਸ ਹੋਏਗੀ। ਸੋ ਆਪ ਸਭਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਪਲੀਜ਼ ਅਰਦਾਸ ਦੇ ਵਿੱਚ ਸਭਨਾਂ ਨੇ ਸ਼ਾਮਲ ਹੋਣਾ। ਤੁਹਾਡੇ ਸਹਿਯੋਗ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।